इस वेले ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸਾਨੀ ਦੇ ਦੁਸ਼ਮਣ ਆ, ਇਹ ਪੂਰੇ ਦੇਸ਼ ਦੇ ਦੁਸ਼ਮਣ ਆ। ਇਹਨਾਂ ਜਿਹੜਾ ਲੋਕਤੰਤਰ ਦਾ ਘਾਣ ਕਰ ਰਹੇ ਆ ਹਰ ਤਰ੍ਹਾਂ ਦੇ ਨਾਲ। ਕੌਮਾਂ ਜੀਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ, ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ। बीजेपी वाले ਜਿਹੜੇ ਕੈਂਡੀਡੇਟ ਹਾਰੇ ਨੇ ਉਹ ਆਪ ਵੀ ਕਹਿ ਰਹੇ ਨੇ ਕਿ ਈਵੀਐਮ ਗਲਤ ਹੈ। ਹੁਣ ਕਿੱਦਾਂ ਗਲਤ ਹੋ ਗਈ? ਉਹ ਇੱਕ ਵੋਟ ਨਿਕਲੀ ਇੱਕ ਦੀ ਨਾ, ਉਹ ਪਿੱਟਦੀ ਸੀਗੀ ਰਾਤ। ਹੁਣ ਕੈਪਟਨ ਸਰਕਾਰ ਦੀ ਈਵੀਐਮ 'ਚ ਖਰਾਬੀ ਆ ਤੇ ਮੋਦੀ ਸਰਕਾਰ ਦੀ ਹੈ ਨਹੀਂ ਜੀ। ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸੜਕਾਂ ਤੇ ਰੁੜ ਰਹੀਆਂ, ਇਹ ਰਾਜੇ ਨੂੰ ਦਿਸਦਾ ਨਹੀਂ। ਰੋਜ਼ ਦੀਆਂ 2 ਲਾਸ਼ਾਂ ਉੱਤੇ ਡਿੱਗ ਰਹੀਆਂ, ਇਹਨੂੰ ਦਿਸਦਾ ਨਹੀਂ। ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਪਬਲਿਕ ਦੀ ਸਾਰ ਲਵੇ। ਲੋਕ ਮਰ ਰਹੇ ਨੇ, 2-2 ਕਿਸਾਨਾਂ ਦੀਆਂ ਲਾਸ਼ਾਂ ਜਾਂਦੀਆਂ ਉੱਥੋਂ ਉੱਠ ਕੇ ਰੋਜ਼, ਪਰ ਇਹ ਮਜ਼ਾਕ ਕਰ ਰਿਹਾ ਆ। ਇੱਕੋ ਗੱਲ ਤੇ ਲਿਆ ਤੇ ਫੜੇ ਹੋ ਸੀਗੇ ਇਹ ਕਿ ਇਹ ਬਿੱਲ ਇਹਨਾਂ ਨੂੰ ਸਮਝ ਨਹੀਂ ਆਏ। ਇਹ ਬਿੱਲ ਇਹਨਾਂ ਦੇ ਪੱਖ 'ਚ ਪ੍ਰੋਬਲਮ ਇਹਨਾਂ ਨੂੰ ਇਹ ਨਹੀਂ ਹੈਗੀ ਕਿ ਸਮਝ ਨਹੀਂ, ਇਹਨਾਂ ਨੂੰ ਪ੍ਰੋਬਲਮ ਇਹ ਕਿ ਇਹਨਾਂ ਨੂੰ ਸਮਝ ਆ ਗਏ। ਇਸ ਕਰਕੇ ਅਸੀਂ ਰਿਕੁਐਸਟ ਕਰਦੇ ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਚਲੋ ਅਸੀਂ ਬਣਾ ਬੈਠੇ ਹਨ ਜਾਂ ਸਾਡੇ ਮੁਲਕ ਦੇ ਲੋਕ ਗਲਤੀ ਕਰ ਬੈਠੇ ਤਾਂ ਉਹਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ। ਇਹਨਾਂ ਦੀਆਂ ਚਾਲਾਂ ਆ, ਅਸੀਂ ਸਮਝ ਗਏ ਆ ਤੇ ਇਹਨਾਂ ਨੂੰ ਅਸੀਂ ਹੱਲੇ ਵੀ ਇਹ ਅਪੀਲ ਕਰਦੇ ਆ ਕਿ ਆਪਣੇ ਆਰਡੀਨੈਂਸ ਵਾਪਸ ਕਰ ਲੈਣ ਤੇ ਅਸੀਂ ਘਰਾਂ 'ਚ ਬਹਿ ਜਾਈਏ, ਨਹੀਂ ਤਾਂ ਅਸੀਂ ਘਰੀ ਬੈਠਣ ਵਾਲੇ ਨਹੀਂ। ਇਹ ਸੰਘਰਸ਼ ਚੱਲਦਾ ਆ, ਇਹ ਹੋਰ ਤੇਜ਼ ਹੋਊਗਾ। ਸਾਡੀ ਜਿਹੜੀ ਫੰਡਿੰਗ ਆ ਉਹ ਬਾਬੇ ਨਾਨਕ ਤੋਂ ਹੋ ਰਹੀ ਆ, ਇਹ ਜੋ ਮਰਜ਼ੀ ਕਹੀ ਜਾਣ। ਇਸ ਗੱਲ ਦਾ ਮੈਂ ਮੋਦੀ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਹੜੇ ਪੁਰਾਣੇ ਸਾਡੇ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਬੰਦੇ ਬੋਲਦੇ ਨਹੀਂ ਸੀ, ਪਾਰਟੀਆਂ ਨਾਲ ਜੁੜੇ ਹੋਏ ਸੀ, ਉਹ ਵੀ ਇਕੱਠੇ ਹੋ ਗਏ ਅੱਜ। ਇਹ ਇਹਨਾਂ ਦੀ ਜਿਹੜੀ ਈਵੀਐਮ ਵਾਲਾ ਘਪਲਾ, ਉਹ 'ਤੇ ਵੀ ਅਸੀਂ ਵਿਰੋਧ ਕਰਾਂਗੇ। ਜਿਹੜੀ ਪੇਪਰ ਬੈਲਟ 'ਤੇ ਜਿਹੜੀ ਚੋਣ ਹੋਊਗੀ ਅਸੀਂ ਦੇਖਾਂਗੇ ਤੇ ਇਹ ਕਿਹੜੀ ਸੀਟ ਲੈ ਕੇ ਜਾਂਦੇ ਆ। ਕਿਸਾਨੀ ਅੰਦੋਲਨ ਲਗਾਤਾਰ ਸਿਖਰਾਂ ਤੇ ਚੱਲ ਰਿਹਾ ਤੇ ਸਤੰਬਰ ਤੋਂ ਹੀ ਇਹ ਸ਼ੁਰੂ ਹੋਇਆ ਸੀ ਅੰਦੋਲਨ ਤੇ ਸਤੰਬਰ ਦੇ ਵਿੱਚ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਜਿਹੜਾ ਧਰਨਾ ਪ੍ਰਦਰਸ਼ਨ ਸੀ ਉਹ ਕੀਤਾ ਜਾ ਰਿਹਾ ਸੀ। ਆਪਣਾ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਸੀ ਕੇਂਦਰ ਸਰਕਾਰ ਦੇ ਵਿਰੋਧ ਦੇ ਵਿੱਚ ਕਿ 3 ਕਾਲੇ ਕਾਨੂੰਨ ਜਿਹੜੇ ਨੇ, 3 ਆਰਡੀਨੈਂਸ ਜਿਹੜੇ ਨੇ, ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤਾਂ ਕਿਸਾਨਾਂ ਨੇ ਉਹਦਾ ਖਮਾਜਾ ਜਿਹੜਾ ਉਹ ਭੁਗਤਣਾ ਪਏਗਾ। ਪਰ ਸਰਕਾਰ ਨੂੰ ਇਸ ਚੀਜ਼ ਦੀ ਸੋਚੀ ਸਮਝ ਨਹੀਂ ਸੀ ਆਉਂਦੀ ਤੇ ਸਰਕਾਰ ਲਗਾਤਾਰ ਇੱਕੋ ਗੱਲ ਰੱਖ ਰਹੀ ਸੀ ਆਪਣੀ ਵੀ ਇਹੋ ਜਿਹਾ ਕੁਝ ਨਹੀਂ ਹੋਣ ਵਾਲਾ, ਇਤਿਹਾਸ ਰਚਿਆ ਜਾਣਾ, ਕਿਸਾਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਉਹ ਰਾਜ ਕਰਨਗੀਆਂ। ਪਰ ਲਗਾਤਾਰ ਅਸੀਂ ਜਦੋਂ ਦੇਖ ਰਹੇ ਹਾਂ ਨਵੰਬਰ ਤੋਂ ਸ਼ੁਰੂ ਹੋਇਆ, ਅੱਜ ਫਰਵਰੀ 18 ਫਰਵਰੀ 2021 ਹੈ ਤੇ ਲਗਾਤਾਰ 2.5 ਮਹੀਨੇ ਹੋਣ ਲੱਗੇ ਨੇ ਜਦੋਂ ਕਿਸਾਨ ਦਿੱਲੀ ਦੀ ਹਿੱਕ ਦੇ ਵਿੱਚ ਜਾ ਕੇ ਬੈਠੇ ਨੇ। ਪਰ ਹਾਕਮ ਜਿਹੜੇ ਨੇ ਹਜੇ ਵੀ ਸੁੱਤੇ ਪਏ ਨੇ, ਹਜੇ ਵੀ ਕੋਈ ਅਸਰ ਖਾਸ ਨਜ਼ਰ ਨਹੀਂ ਆ ਰਿਹਾ। ਸਾਡੇ ਨਾਲ ਕਿਸਾਨ ਆਗੂ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਹੋ? ਜਦੋਂ ਅਸੀਂ ਸਤੰਬਰ 'ਚ ਆਪਾਂ ਸਾਰਿਆਂ ਨੇ ਰਲ ਕੇ ਇੱਥੇ ਕੀਤਾ ਸੀਗਾ ਰੇਲ ਰੋਕੋ ਅੰਦੋਲਨ ਸ਼ੁਰੂ, ਉਹ ਦਿਨ ਰਾਤ ਚੱਲਿਆ ਸੀਗਾ ਤੇ ਲਗਾਤਾਰ ਚੱਲਿਆ ਸੀਗਾ, ਇੱਕ ਦਿਨ ਵੀ ਨਾਗਾ ਨਹੀਂ ਸੀ ਪਿਆ। ਸਾਡੀਆਂ ਬੀਬੀਆਂ ਇੱਥੇ ਆ ਗਈਆਂ ਸੀ ਟਰੈਕ ਤੇ, ਸਾਰੇ ਆ ਕੇ ਬੈਠੇ ਸੀਗੇ, ਬੱਚੇ ਵੀ ਬੈਠੇ ਸੀ ਆਪਣੇ, ਉਦੋਂ ਨਹੀਂ ਅਸਰ ਹੋਇਆ ਸੀ। ਲੱਗਦਾ 4 ਘੰਟੇ ਦਾ ਇਹ ਅਸਰ ਜਿਹੜਾ ਹਾਕਮਾਂ ਤੇ ਪਹੁੰਚ ਜਾਏਗਾ ਕਿ ਹਾਕਮ ਤਾਂ ਬੜੇ ਜ਼ਿਆਦਾ ਹੀ ਹੇਠਾਂ ਡਿੱਗ ਗਏ ਨੇ। ਮੈਂ ਜਥੇਦਾਰ ਕਸ਼ਮੀਰ ਸਿੰਘ, ਮੁੱਖ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਬਲਬੀਰ ਸਿੰਘ ਰਾਜੇਵਾਲ, ਜ਼ਿਲ੍ਹਾ ਜਲੰਧਰ। ਕੌਮਾਂ ਜੀਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ, ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ। ਮੈਂ ਕਹਿਣਾ ਚਾਹੁੰਦਾ ਪੁੱਤਰ ਜੀ, ਇਹ ਮੈਡਮ ਜੀ, ਇਹ ਜਿੰਨਾ ਮਰਜ਼ੀ ਲੰਮਾ ਸੰਘਰਸ਼ ਕਰ ਲਵੇ, ਇਹਦਾ ਜਿੱਤਣਾ ਤਾਂ ਅਸੀਂ ਆ, ਕਿਉਂਕਿ ਅਸੀਂ ਸਾਡੀਆਂ ਕੌਮਾਂ ਦਾ ਇਤਿਹਾਸ ਆ, ਅਸੀਂ ਕਦੀ ਹਾਰ ਨਹੀਂ ਮੰਨੀ। ਅਸੀਂ ਤਾਂ ਜਿੰਨਾ ਮਰਜ਼ੀ, ਚਾਹੇ ਅਸੀਂ ਕਹਿ ਚੁੱਕੇ ਹਾਂ ਜਾਂ ਜਿੱਤਾਂਗੇ ਜਾਂ ਮਰਾਂਗੇ, ਪਿੱਛੇ ਨਹੀਂ ਮੁੜਾਂਗੇ। ਇਸ ਕਰਕੇ ਨਹੀਂ ਅਸਰ ਤੁਸੀਂ ਕਹਿੰਦੇ ਹੋਇਆ, ਅਸਰ ਹੋਊਗਾ। ਅਸਰ ਟੇਲਰ ਅੱਜ ਉਹਨੂੰ ਪੂਰੇ ਭਾਰਤ ਦੇਸ਼ ਵਿੱਚ ਦਿਖਾ ਰਹੇ ਆ। ਅੱਗੇ ਕਹਿ ਰਿਹਾ ਸੀ ਬਈ ਇਹ ਪੰਜਾਬੀਆਂ ਦਾ ਸੰਘਰਸ਼ ਆ, ਇਹ ਪੰਜਾਬ ਦੇ ਲੋਕ ਕਰਦੇ ਨੇ। ਅੱਜ ਪੂਰੇ ਭਾਰਤ ਦੇ ਵਿੱਚ ਚੱਕਾ ਜਾਮ ਕਰਕੇ ਕਿਸਾਨਾਂ ਨੇ ਇਹ ਗੱਲ ਸਿੱਧ ਕੀਤੀ ਆ। ਇਹਨੂੰ ਇੱਕ ਟੇਲਰ ਦਿਖਾ ਰਹੇ ਆ। ਸੰਘਰਸ਼ ਸ਼ੁਰੂ ਇੱਕ ਜਗ੍ਹਾ ਤੋਂ ਹੁੰਦਾ, ਫਿਰ ਉਹ ਦੇਸ਼ ਵਿਆਪੀ ਸਟੇਟ ਵਿਆਪੀ ਬਣਦਾ, ਫਿਰ ਉਹ ਦੇਸ਼ ਵਿਆਪੀ ਬਣਦਾ। ਅੱਜ ਇਹ ਜਨ ਅੰਦੋਲਨ ਬਣ ਕੇ ਪੂਰੇ ਵਰਲਡ ਦੇ ਵਿੱਚ ਅੱਜ ਇਹ ਅੰਦੋਲਨ ਬਣ ਚੁੱਕਾ ਆ। ਪੂਰੇ ਵਰਲਡ ਦੇ ਵਿੱਚ ਇਹਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਲੈ ਲੋਕ। ਇਹਨੂੰ ਮਾੜੀ ਮੋਟੀ ਮੋਦੀ ਸਾਹਿਬ ਨੂੰ ਸ਼ਰਮ ਹੋਣੀ ਚਾਹੀਦੀ ਆ।
ਦੇਸ਼ ਦਾ ਪ੍ਰਧਾਨ ਮੰਤਰੀ ਇਦਾਂ ਥੋੜ੍ਹਾ ਹੁੰਦਾ। ਲੋਕ ਸੜਕਾਂ ਤੇ ਰੁਲ ਰਹੇ ਨੇ। ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਪਬਲਿਕ ਦੀ ਸਾਰ ਲਵੇ। ਲੋਕ ਮਰ ਰਹੇ ਨੇ, ਦੋ ਕਿਸਾਨਾਂ ਦੀਆਂ ਲਾਸ਼ਾਂ ਜਾਂਦੀਆਂ ਉੱਥੋਂ ਉੱਠ ਕੇ ਰੋਜ਼। ਪਰ ਇਹ ਮਜ਼ਾਕ ਕਰ ਰਿਹਾ ਆ। ਇਹ ਕਹਿ ਰਿਹਾ ਇਹ ਅੰਦੋਲਨਕਾਰੀ ਨੇ, ਇਹ ਆਪਣੇ ਉੱਥੇ ਪਿਕਨਿਕ ਮਨਾਉਂਦੇ ਨੇ, ਅੰਦੋਲਨ ਜੀਵੀ ਨੇ। ਇਹਨੂੰ ਮਾੜਾ ਸੋਚਣਾ ਚਾਹੀਦਾ। ਮੋਦੀ ਸਾਹਿਬ ਜਦੋਂ ਤੂੰ ਆਣ ਕੇ ਰੈਲੀਆਂ ਪੰਜਾਬ ਵਿੱਚ ਆਉਂਦਾ ਹੁੰਦਾ ਸੀ, ਉਦੋਂ ਤੇਰੇ ਸਿਰ ਤੇ ਦਸਤਾਰ ਭੇਟ ਕਰਦੇ ਹੁੰਦੇ ਸਾਡੇ ਸਿਆਸੀ ਲੀਡਰ। ਉਦੋਂ ਨੂੰ 94% 80% ਆਜ਼ਾਦੀਆਂ ਦੀਆਂ ਗੱਲਾਂ ਕਰਦਾ ਸੀ। ਅੱਜ ਤੂੰ ਉਹਨਾਂ ਨੂੰ ਲੋਕਾਂ ਨੂੰ ਅੱਤਵਾਦੀ ਕਹਿ ਰਿਹਾ। ਅੱਤਵਾਦੀ ਕਹਿ ਗਏ। ਅਸੀਂ ਅੰਨਦਾਤੇ ਹਾਂ, ਅਸੀਂ ਅੰਨ ਕਮਾ ਕੇ ਦੇਸ਼ ਦਾ ਢਿੱਡ ਭਰ ਸਕਦੇ ਹਾਂ। ਪਰ ਮੋਦੀ ਸਾਹਿਬ ਇਹ ਕਾਨੂੰਨ ਤੇ ਰੱਦ ਕਰਨੇ ਪੈਣੇ ਆ। ਅਸੀਂ ਪੱਥਰਾਂ 'ਚੋਂ ਰੱਬ ਪਾ ਲਿਆ ਸੀਗਾ ਧੰਨੇ ਭਗਤ ਜੀ ਨੇ। ਅਸੀਂ ਵੀ ਆਪਣੇ ਕਾਨੂੰਨ ਇਹ ਜਿੱਤਣ ਦੇ ਲਈ ਅਸੀਂ ਹਰ ਤਰੀਕੇ ਦੇ ਨਾਲ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਹਾਂ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਸਾਡਾ ਚੱਲਦਾ ਰਹਿਣਾ। ਇਸ ਕਰਕੇ ਮੈਡਮ ਜੀ ਅਸੀਂ ਜਿੱਤਾਂਗੇ। ਪ੍ਰਧਾਨ ਜੀ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਸਾਨੂੰ ਬੀਜੇਪੀ ਮੋਦੀ ਸਾਹਿਬ ਸਾਨੂੰ ਅੰਤਵਾਦੀ ਕਹਿੰਦੇ ਨੇ, ਪਰ ਉਹ ਤਾਂ ਕਹਿੰਦੇ ਨੇ ਵੀ ਸਾਡੇ ਕਿਸੇ ਵੀ ਆਗੂ ਨੇ ਇਹ ਗੱਲ ਨਹੀਂ ਆਖੀ ਵੀ ਇਹ ਆਤੰਕਵਾਦੀ ਨੇ, ਉਗਰਵਾਦੀ ਨੇ। ਜਿਹੜੇ ਲੋਕ ਇਹ ਗੱਲ ਆਂਦੇ ਨੇ ਤੇ ਉਹਨਾਂ ਦੀ ਅਸੀਂ ਪੂਰਨ ਜ਼ੋਰ ਤੇ ਨਿੰਦਿਆ ਕਰਦੇ ਹਾਂ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਬੀਜੇਪੀ ਭਾਜਪਾ ਦੇ ਆਗੂਆਂ ਨੇ ਕਿਹਾ? ਜਿਹੜੇ ਜਿੰਨੇ ਇਹਨਾਂ ਦੇ ਐਕਟਰ ਨੇ ਜੀ ਉਹ ਸਿੱਧੇ ਰੂਪ 'ਚ ਕਹਿ ਰਹੇ ਨੇ ਹਨਾ। ਕਿਸੇ ਨੂੰ ਇੱਕ ਕਹਿੰਦੇ ਹੁੰਦੇ ਨੋਹੇ ਗੱਲ ਕਰ ਤੇ ਧੀਏ ਕੰਨ ਕਰ ਹਨਾ। ਧੀਏ ਗੱਲ ਕਰ ਤੇ ਨੋਹੇ ਕੰਨ ਕਰ। ਉਹਨੂੰ ਸਾਨੂੰ ਤਾਨੇ ਮਾਰ ਕੇ ਕਹਿ ਰਹੇ ਨੇ। ਕਹਿ ਕਿਉਂ ਨਹੀਂ ਰਹੇ? ਅਸੀਂ ਕਮਲੇ ਥੋੜੀ ਆ, ਅਸੀਂ ਹਰ ਗੱਲ ਸਮਝਦੇ ਆ। ਇਹਦੇ 'ਚ ਤਾਂ ਮੀਡੀਆ ਵੀ ਗਵਾਹ ਆ, ਸਾਰਿਆਂ ਕੋਲ ਕਲਿੱਪਾਂ ਵੀ ਆ। ਫਿਰ ਮੋਦੀ ਸਾਹਿਬ ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹਨੇ ਪੂਰੀ ਮੁਲਕ ਨੂੰ ਚਲਾਉਣਾ ਆ, ਮੁਲਕ ਦੀ ਉਹਦੀ ਵਾਂਗ ਡੋਰ ਹੁੰਦੀ ਆ। ਤੇ ਜਦੋਂ ਉਹੀ ਇਹਨਾਂ ਚੀਜ਼ਾਂ ਤੋਂ ਮੁੱਕਰਨ ਲੱਗ ਗਿਆ, ਅਸੀਂ ਇਹਨੂੰ ਕੀ ਸਮਝ ਸਕਦੇ ਹਾਂ? ਉਹ ਇਦਾਂ ਮੈਡਮ ਜੀ ਦੇਖੋ, ਇਹ 15 ਲੱਖ ਦੀਆਂ ਗੱਲਾਂ ਕੀਤੀਆਂ। ਇਹ ਲੋਕਡਾਊਨ ਦੇ ਵਿੱਚ ਲੋਕਾਂ ਦੇ ਖਾਤਿਆਂ ਦੇ ਵਿੱਚ ਕਹੇ 15 ਲੱਖ ਰੁਪਈਆ ਪਾਉਂਗਾ। ਇਹ ਬਾਹਰੋਂ ਕਾਲਾ ਧਨ ਲਿਆਉਣ ਦੀਆਂ ਗੱਲਾਂ ਕੀਤੀਆਂ ਕਿਉਂਕਿ ਇਹਦਾ ਵਿਸ਼ਵਾਸ ਹੀ ਕੋਈ ਨਹੀਂ ਹੈ ਕਿਸੇ ਨੂੰ। ਇਸ ਕਰਕੇ ਇਹ ਤਾਂ ਕਹਿੰਦਾ ਕੁਛ ਆ ਕਰਦਾ ਕੁਛ ਆ। ਇਹ ਤੇ ਅਸੀਂ ਯਕੀਨ ਨਹੀਂ ਕਰਦੇ ਜੀ। ਇਹ ਸੋਸ਼ਲ ਮੀਡੀਆ ਤੇ ਇੱਕ ਚੀਜ਼ ਜਿਹੜੀ ਹੈ ਬੜੀ ਖਾਸ ਤੌਰ ਤੇ ਵਾਇਰਲ ਹੋ ਰਹੀ ਹੈ ਵੀ ਜਦੋਂ 370 ਹਟਾਉਣੀ ਸੀ ਉਦੋਂ ਵੀ ਮੋਦੀ ਸਾਹਿਬ ਨੇ ਨਹੀਂ ਸੀ ਪੁੱਛਿਆ। ਜਦੋਂ ਕਾਲੇ ਧਨ ਦੀ ਗੱਲ ਆਈ ਸੀ ਉਦੋਂ ਵੀ ਮੋਦੀ ਸਾਹਿਬ ਨੇ ਨਹੀਂ ਸੀ ਪੁੱਛਿਆ। ਨੋਟਬੰਦੀ ਦੀ ਗੱਲ ਆਈ ਸੀ ਉਦੋਂ ਵੀ ਮੋਦੀ ਸਾਹਿਬ ਨੇ ਨਹੀਂ ਪੁੱਛਿਆ। ਕਿਸਾਨ ਹੁਣ ਕਿਉਂ ਹਾਕਾਂ ਮਾਰਦੇ ਪਏ ਜਾਂ ਰੋਲਾ ਪਾਉਂਦੇ ਪਏ ਨੇ ਵੀ ਆ ਕੇ ਸਾਨੂੰ ਇੱਕ ਵਾਰੀ ਪੁੱਛ ਤਾਂ ਲੈਂਦੇ ਵੀ ਭਾਈ ਤੁਸੀਂ ਆਹ ਚੀਜ਼ ਕਰਨ ਲੱਗੇ ਤੇ ਮੈਨੂੰ ਪੁੱਛ ਲਓ। ਪਹਿਲੀ ਗੱਲ ਤਾਂ ਮੈਂ ਇਹ ਕਰਨਾ ਚਾਹੁੰਦਾ, ਇਹਨਾਂ ਦਾ ਹੱਕ ਹੀ ਨਹੀਂ ਸੀਗਾ ਕਿਉਂਕਿ ਜਿਹੜਾ ਇਹ ਕਾਨੂੰਨ ਆ ਇਹ ਸਟੇਟ ਦਾ ਅਧਿਕਾਰ ਆ, ਸਟੇਟ ਗਵਰਨਮੈਂਟ ਦਾ ਅਧਿਕਾਰ ਆ। ਜਿਹੜਾ ਕ੍ਰਿਸ਼ੀ ਕਾਨੂੰਨ ਆ, ਜਿਹੜੇ ਕਿਸਾਨੀ ਕਾਨੂੰਨ ਆ, ਇਹ ਸੈਂਟਰ ਦਾ ਅਧਿਕਾਰ ਹੀ ਹੈ ਨਹੀਂ ਸੀਗਾ। ਇਹਨਾਂ ਨੇ ਕਰੋਨਾ ਦਾ ਬਹਾਨਾ ਮਾਰ ਕੇ ਵੀ ਕਰੋਨਾ ਦੇ ਵਿੱਚ ਲੋਕੀ ਬਾਹਰ ਨਾ ਨਿਕਲ ਸਕਣ, ਮੁਜ਼ਾਹਰਾ ਨਾ ਕਰ ਸਕਣ। ਪਹਿਲਾਂ ਮੁਸਲਮਾਨ ਭਰਾਵਾਂ ਨੂੰ ਦੱਬਿਆ, ਹਿੰਦੂ ਭਰਾਵਾਂ ਨੂੰ ਦੱਬਿਆ, ਹਰ ਵਰਗ ਨੂੰ। ਸਿਰਫ ਕਰੋਨਾ ਦੇ ਵਿੱਚ ਜਾਂ ਉਹ ਤੋਂ ਪਿੱਛੇ ਵੀ ਚੱਲ ਜਾਈਏ ਆਪਾਂ, ਜਦੋਂ ਦੀ ਮੋਦੀ ਸਰਕਾਰ ਬਣੀ ਆ ਸਾਰੇ ਵਰਗ GDP ਆਪਣੀ ਡਾਊਨ ਗਈ ਆ। ਸਿਰਫ ਇੱਕ ਤੇ ਇੱਕ ਕਿਸਾਨੀ ਇਦਾਂ ਦਾ ਕਿੱਤਾ ਸੀਗਾ ਜਿਹਦੀ GDP ਪਲੱਸ ਦੇ ਵਿੱਚ ਸੀ 3.6%। ਤੇ ਇਹ ਇਸ ਵੇਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸਾਨੀ ਦੇ ਦੁਸ਼ਮਣ ਆ, ਇਹ ਪੂਰੇ ਦੇਸ਼ ਦੇ ਦੁਸ਼ਮਣ ਆ। ਇਹਨਾਂ ਜਿਹੜਾ ਲੋਕਤੰਤਰ ਦਾ ਘਾਣ ਕਰ ਰਹੇ ਆ ਹਰ ਤਰ੍ਹਾਂ ਦੇ ਨਾਲ। ਇਸ ਵੇਲੇ ਜੇ ਕਿਸਾਨੀ ਇੱਕ ਕਿੱਤਾ ਜਿਹੜਾ ਪਲੱਸ 'ਚ ਜਾ ਰਿਹਾ ਸੀ ਉਹ ਵੀ ਇਹਨਾਂ ਨੇ ਸਿੱਟ ਲੈਣਾ। ਉਹਨਾਂ ਨੂੰ ਪੂਰੀ ਕੋਸ਼ਿਸ਼ ਮੈਂ ਗੱਲ ਕਰਦਾ ਹੁਣ ਪਿਛਲੇ ਆਪਾਂ ਰਾਜੇ ਸੀਗੇ, ਇਹ ਵੀ ਸਾਡਾ ਰਾਜਾ ਆ। ਪਿਛਲੇ ਰਾਜੇ ਸੀ ਲੋਕਾਂ ਦੇ ਵਿੱਚ ਜਾ ਕੇ ਪੁੱਛਦੇ ਸੀ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ। ਆਪਣਾ ਭੇਸ ਬਦਲ ਕੇ ਲੋਕਾਂ ਦੇ ਵਿੱਚ ਜਾਂਦੇ ਸੀ, ਤੁਹਾਨੂੰ ਕੋਈ ਤਕਲੀਫ ਤਾਂ ਨਹੀਂ, ਸਾਨੂੰ ਦੱਸੋ ਵੀ ਤੁਹਾਡੀ ਕੋਈ ਪ੍ਰੋਬਲਮ ਹੈ, ਅਸੀਂ ਹੱਲ ਕਰੀਏ। ਅੱਜ ਲੋਕੀ ਲੱਖਾਂ ਦੀ ਤਾਦਾਦ ਦੇ ਵਿੱਚ ਸੜਕਾਂ 'ਤੇ ਬੈਠੇ ਆ। ਸਾਡੇ ਭੈਣ ਭਰਾ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਸੜਕਾਂ 'ਤੇ ਰੁੜ ਰਹੀਆਂ। ਇਹ ਰਾਜੇ ਨੂੰ ਦਿਸਦਾ ਨਹੀਂ। ਰੋਜ਼ ਦੀਆਂ 2 ਲਾਸ਼ਾਂ ਉੱਥੇ ਡਿੱਗ ਰਹੀਆਂ, ਇਹਨੂੰ ਦਿਸਦਾ ਨਹੀਂ। ਇਹ ਜਿਹੜੇ ਉਹਦੇ ਲਾਸ਼ਾਂ ਦਾ ਜ਼ਿਕਰ ਕੀਤਾ ਹੈ, ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੇ ਇਹ ਗੱਲ ਆਂਦੇ ਨੇ ਵੀ ਇਹਨਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ, ਬਜ਼ੁਰਗਾਂ ਨੂੰ ਇੱਥੇ ਨਹੀਂ ਬੈਠੇ ਹੋਣਾ ਚਾਹੀਦਾ। ਉਹ ਤਾਂ ਆਪਣੇ ਸਿਰ ਤੇ ਇਹ ਚੀਜ਼ ਲੈਂਦੇ ਨਹੀਂ, ਉਹ ਤਾਂ ਤੁਹਾਡੇ ਤੇ ਮੜੀ ਜਾਂਦੇ ਨੇ। ਇਹ ਜਦੋਂ ਵੀ ਸਰਕਾਰ ਦੇ ਖਿਲਾਫ ਕੋਈ ਬੋਲਦਾ, ਕਦੇ ਇਹ ਆਤੰਕਵਾਦੀ, ਕਦੇ ਵੱਖਵਾਦੀ, ਕਦੇ ਖਾਲਿਸਤਾਨੀ, ਕਦੇ ਸਾਨੂੰ ਦੱਸਦੇ ਆ ਫੰਡਿੰਗ ਇਹਨਾਂ ਨੂੰ ਚਾਈਨਾ ਕਰਦਾ, ਕਦੇ ਪਾਕਿਸਤਾਨੀ, ਕਦੇ ਕੁਝ। ਇਹਨਾਂ ਨੇ ਸ਼ੁਰੂ ਤੋਂ ਸਾਡੇ ਤੇ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਆ। ਹੁਣ ਇਹ ਸਾਨੂੰ ਜਾਣਦੇ ਹੋ ਇਹ ਗੱਲ ਜਾਂ ਅਸੀਂ ਜਾਣਦੇ ਵੀ ਇਹ ਗੱਲ ਕਹੀ ਗਈ ਹੈ, ਪਰ ਮੋਦੀ ਸਾਹਿਬ ਕਹਿੰਦੇ ਅਸੀਂ ਗੱਲ ਨਹੀਂ ਕੀਤੀ, ਨਿੰਦਿਆ ਕਰਦੇ। ਜਿਹੜਾ ਨੈਸ਼ਨਲ ਮੀਡੀਆ A to Z, ਮੈਂ ਇਕੱਲੇ ਚੈਨਲ ਦੇ ਨਾਂ ਤੋਂ ਜਾਣਦਾ। ਸਾਰੇ ਚੈਨਲ ਇਹਨਾਂ ਦੇ ਆ। ਭਾਜਪਾ ਜਿਹੜੇ ਮੁੱਖ ਆਗੂ ਆ ਜਿਹੜੇ ਆਪਣੇ ਦੇਸ਼ ਦੇ, ਉਹਨਾਂ ਦੇ ਚੈਨਲ ਆ। ਉਹ ਕਹਿ ਰਿਹਾ ਤਾਂ ਫਿਰ ਉਹਨਾਂ ਦੀ ਜ਼ੁਬਾਨ ਆ, ਸਿਰਫ ਇਹ ਸਰਕਾਰ ਦੀ ਜ਼ੁਬਾਨ ਬੋਲ ਰਹੇ ਆ। ਇਹ ਕਿਉਂ? ਇਹ ਜੋ ਮਰਜ਼ੀ ਕਹੀ ਜਾਣ, ਅਸੀਂ ਉਹਨਾਂ ਦੇ ਮਨ ਦੀਆਂ ਭਾਵਨਾਵਾਂ ਜਾਣਦੇ ਆ। ਇਹ ਜਾਣ ਕੇ ਇਸੇ ਕਰਕੇ ਇਹ ਸਾਡੇ ਤੋਂ ਦੁਖੀ ਆ। ਪੰਜਾਬ ਹੁਣ ਪਹਿਲਾਂ ਇਹਨਾਂ ਨੇ UP ਦੇ ਵਿੱਚ ਕੀਤਾ ਜਾਂ ਬਿਹਾਰ ਦੇ ਵਿੱਚ ਕੀਤਾ, ਉੱਥੇ ਲੋਕਾਂ ਦੇ ਵਿੱਚ ਥੋੜ੍ਹੀ ਅਨਪੜ੍ਹਤਾ ਹਲੇ ਹੈ, ਪਰ ਪੰਜਾਬ ਪੜ੍ਹਿਆ ਲਿਖਿਆ ਆ। ਇਹ ਇਹਨਾਂ ਨੂੰ ਗੱਲ ਚੁੱਭਦੀ ਆ। ਜਿਹੜੇ ਬਿੱਲ ਇਹਨਾਂ ਨੇ ਪਾਸ ਕੀਤੇ ਆ, ਇਹ ਬਿੱਲ ਅਸੀਂ ਪੜ੍ਹ ਗਏ।
ਜੇ ਅਸੀਂ ਪੜ੍ਹਦੇ ਨਾ ਤਾਂ ਅਸੀਂ ਵੀ ਸ਼ਾਇਦ ਖੜਦੇ ਨਾ। ਉਹ ਤੇ ਇਸ ਗੱਲ ਤੇ ਵੀ ਢੁਕਵਾਂ ਜਵਾਬ ਦਿੰਦੇ ਨੇ, ਗੱਲ ਆਂਦੇ ਨੇ ਵੀ ਇਹ ਕਿਸਾਨ ਜਿਹੜੇ ਨੇ, ਕਿਸਾਨ ਪੜ੍ਹੇ ਲਿਖੇ ਨਹੀਂ ਹੁੰਦੇ, ਇਹ ਕਿਵੇਂ ਅੰਗਰੇਜ਼ੀ ਬੋਲ ਸਕਦੇ ਨੇ, ਕਿਸਾਨ ਇੰਨੇ ਟੌਪ ਦੇ ਕੱਪੜੇ ਪਾ ਕੇ ਨਹੀਂ ਆਉਂਦੇ, ਕਿਵੇਂ ਆ ਗਏ ਇੱਥੇ? ਇਹਨਾਂ ਨੂੰ ਪ੍ਰੋਬਲਮ ਹੀ ਇਹ ਆ ਅਸਲ ਦੇ ਵਿੱਚ। ਇਹ ਸ਼ੁਰੂ ਤੋਂ ਇੱਕੋ ਗੱਲ ਤੇ ਲਿਆ ਤੇ ਫੜੇ ਹੋ ਸੀਗੇ ਇਹ ਕਿ ਇਹ ਬਿੱਲ ਇਹਨਾਂ ਨੂੰ ਸਮਝ ਨਹੀਂ ਆਏ। ਇਹ ਬਿੱਲ ਇਹਨਾਂ ਦੇ ਪੱਖ 'ਚ ਪ੍ਰੋਬਲਮ ਇਹਨਾਂ ਨੂੰ ਇਹ ਨਹੀਂ ਹੈਗੀ ਕਿ ਸਮਝ ਨੇ, ਇਹਨਾਂ ਨੂੰ ਪ੍ਰੋਬਲਮ ਇਹ ਕਿ ਇਹਨਾਂ ਨੂੰ ਸਮਝ ਆ ਗਏ, ਸਾਨੂੰ ਸਮਝ ਆ ਗਏ, ਅਸੀਂ ਪੜ੍ਹੇ ਆ, ਅਸੀਂ ਗਾਂ ਸਾਡੀਆਂ ਨਸਲਾਂ ਵੀ ਪੜੂਗੀਆਂ। ਸਾਨੂੰ ਜਿਹੜਾ ਘਾਟਾ ਪਿਆ ਸੀ, ਜਿਹੜਾ ਸਾਡੇ ਪੁਰਾਣੇ ਜਦੋਂ ਮਹਾਰਾਜਾ ਰਣਜੀਤ ਸਿੰਘ ਸੀਗਾ, ਹਰ ਜਿਹੜਾ ਕੋਈ ਗੁਰਦੁਆਰਾ, ਕੋਈ ਮੰਦਿਰ, ਕੋਈ ਧਰਮ, ਉਹ ਦੂਸਰਾ ਆਪਣਾ ਮਸਜਿਦ, ਹਰੇਕ ਜਗ੍ਹਾ ਦੇ ਨਾਲ ਆਪਣਾ ਸਕੂਲ ਬਣਾਉਣਾ ਜ਼ਰੂਰੀ ਕੀਤਾ ਸੀ। ਸਾਡਾ ਜਿਹੜਾ ਸਿੱਖਿਆ ਦਾ ਪੱਧਰ ਆ ਬਹੁਤ ਉੱਚਾ ਸੀ। ਜਿਹੜਾ ਇਹਨਾਂ ਨੇ ਪਹਿਲਾਂ ਗੋਰਿਆਂ ਨੇ ਸਾਨੂੰ ਖਰਾਬ ਕੀਤਾ, ਸਾਡਾ ਜਿਹੜਾ ਸਿੱਖਿਆ ਦਾ ਮਿਆਰ ਥੱਲੇ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਸਿੱਟਿਆ। ਪੂਰਾ ਜਿਹੜਾ ਹਿੰਦੁਸਤਾਨ ਆ, ਜਿਹੜਾ ਭਾਰਤ ਆ, 200 ਸਾਲ ਤੱਕ ਗੁਲਾਮ ਰਿਹਾ, ਪਰ ਇਕੱਲਾ ਪੰਜਾਬ ਇਦਾਂ ਦਾ ਸੂਬਾ ਜਿਹੜਾ 100 ਸਾਲ ਤੱਕ ਗੁਲਾਮ ਰਿਹਾ। 100 ਸਾਲ ਉਹਨਾਂ ਤੋਂ ਘੱਟ ਗੁਲਾਮੀ ਝੇਲੀ। ਉਹਦਾ ਕਾਰਨ ਇਹ ਸੀ ਕਿ ਅਸੀਂ ਪੜ੍ਹੇ ਹੋ ਸੀ, ਸਾਡੇ ਬਜ਼ੁਰਗ ਪੜ੍ਹੇ ਸੀਗੇ। ਤੇ ਇਹ ਦੁਆਰਾ ਜਿਹੜੇ ਕਾਲੇ ਗੋਰੇ ਸਾਡੇ ਤੇ ਰਾਜ ਕਰਨ ਨੂੰ ਇਸ ਵੇਲੇ ਲੋਕਤੰਤਰ ਦਾ ਘਾਣ ਕਰ ਰਹੇ ਆ, ਉਹਨਾਂ ਨੂੰ ਦੱਸਣਾ ਚਾਹੁੰਦੇ ਗੋਰੇ ਵੀ ਅਸੀਂ ਭਜਾਏ ਸੀ, ਇਹਨਾਂ ਨੂੰ ਵੀ ਅਸੀਂ ਭਜਾਵਾਂਗੇ। ਇਹ ਜਿਹੜਾ ਸਾਡੇ ਤੇ ਜਿਹੜੇ ਬਿੱਲ ਥੋਪ ਰਹੇ ਆ, ਇਹ ਨਾ ਅਸੀਂ ਕਿਸੇ ਦੀ, ਪਹਿਲੀ ਗੱਲ ਅਸੀਂ ਕਿਸੇ ਦਾ ਕੋਈ ਖੋ ਕੇ ਅਸੀਂ ਕੋਈ ਚੀਜ਼ ਖਾਧੀ ਨਹੀਂ। ਸਾਰੇ ਜਿਹੜੇ ਪੰਜਾਬ ਦੇ ਬੰਦੇ ਆ ਜਾਂ ਹਰਿਆਣੇ ਦੇ ਆ, ਇਹ ਕਿਰਤੀ ਆ, ਜਿਹੜੇ ਬਾਹਰ ਗਏ ਆ, ਇਹ ਕਿਰਤ ਕਰਕੇ ਆਪਣੀ ਕਮਾਈ ਕਰਕੇ ਖਾਂਦੇ ਆ। ਇਹਨਾਂ ਨੂੰ ਜਿਹੜਾ ਚੁੱਭਦੇ ਆ, ਚੰਗੀਆਂ ਗੱਡੀਆਂ 'ਚ ਘੁੰਮਦੇ ਆ, ਅਸੀਂ ਇਹਨਾਂ ਤੋਂ ਤਾਂ ਨਹੀਂ ਮੰਗੀਆਂ। ਜਿਹੜੇ ਇਹਨਾਂ ਨੇ ਲਾਰੇ ਲਾਏ ਕਿ 15-15 ਲੱਖ ਰੁਪਈਆ ਤੁਹਾਡੇ ਖਾਤਿਆਂ 'ਚ ਆਊ, ਅਸੀਂ ਉਹਨਾਂ 15 ਲੱਖ ਦੇ ਤਾਂ ਨਹੀਂ ਐਸ਼ ਕੀਤੀ। ਅਸੀਂ ਆਪਣੀ ਕਿਰਤ ਕੀਤੀ, ਅਸੀਂ ਆਪਣੀ ਕਮਾਈ ਕੀਤੀ, ਅਸੀਂ ਤਾਂ ਆਪਣੇ ਗੱਡੀਆਂ 'ਚ ਘੁੰਮਦੇ ਆ, ਤਾਂ ਅਸੀਂ ਕੱਪੜੇ ਪਾਉਂਦੇ ਆ। ਇਹਨਾਂ ਨੂੰ ਇਹੀ ਚੁੱਭਦਾ ਕਿ ਇਹ ਚੰਗੇ ਕਿਉਂ ਆ। ਇਸ ਵੇਲੇ ਜੇ ਸਾਡੀ GDP ਪਲੱਸ ਆ, ਇਸ ਵੇਲੇ ਜੇ ਅਸੀਂ ਖੁਸ਼ਹਾਲ ਆ, ਤਾਂ ਸਾਡੀ ਮਿਹਨਤ ਆ ਉਹ। ਇਹਨਾਂ ਨੂੰ ਜਿਹੜਾ ਦੁੱਖ ਲੱਗਦਾ, ਇਹ ਦੁੱਖ ਵੈਸੇ ਸਰਕਾਰ ਨੂੰ ਖੁਸ਼ ਹੋਣਾ ਚਾਹੀਦਾ ਕਿ ਕੋਈ ਸਾਡਾ ਸੂਬਾ ਖੁਸ਼ਹਾਲ ਹੈਗਾ, ਪਰ ਇਸ ਖੁਸ਼ਹਾਲੀ ਇਹਨਾਂ ਤੋਂ ਦੇਖੀ ਨਹੀਂ ਜਾ ਰਹੀ। ਜਿਹੜਾ ਅਸੀਂ ਪਲੱਸ 'ਚ ਜਾ ਰਹੇ ਹਾਂ, ਸਾਨੂੰ ਡਾਊਨ ਕਰਨ ਦੀਆਂ ਕੋਸ਼ਿਸ਼ਾਂ ਇਹ ਚਾਹੁੰਦੇ ਬਾਕੀਆਂ ਦੇ ਨਾਲੋਂ। ਹੁਣ ਮੈਂ ਇੱਕ ਗੱਲ ਕਰਦਾ, ਗੁਜਰਾਤ ਇਦਾਂ ਦਾ ਸੂਬਾ ਆ ਇੱਕ, ਜਿੱਥੇ ਸ਼ਹੀਦ ਲੱਭੇ ਤੇ ਵੀ ਕੋਈ ਲੱਭਦਾ ਨਹੀਂ, ਤੇ ਜੇ ਆਪਾਂ ਲੱਭੀਏ ਇੱਥੋਂ ਠੱਗ ਚੋਰ ਪੂਰੇ ਪੰਜਾਬ, ਪੂਰੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਠੱਗ ਆ, ਜਿਹੜੇ ਫਰਾਰ ਹੋਏ ਆ ਸਾਰੇ ਗੁਜਰਾਤ ਦੇ ਵਿੱਚੋਂ। ਤੇ ਜਿਹੜੀਆਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਕੁਰਬਾਨੀਆਂ 86% ਇਕੱਲੇ ਪੰਜਾਬ ਦੀਆਂ, ਇਕੱਲੇ ਪੰਜਾਬੀਆਂ ਦੀਆਂ। ਤੇ ਇਹ ਪੰਜਾਬੀਆਂ ਨੂੰ ਦੱਸਣ ਡਿਆ ਕਿ ਆਤੰਕਵਾਦੀ ਹੈ, ਵੱਖਵਾਦੀ। ਅਸੀਂ ਆਪਣਾ ਹੱਕ ਮੰਗ ਲਿਆ ਤਾਂ ਅਸੀਂ ਵੱਖਵਾਦੀ ਹੋ ਗਏ। ਇਹਨਾਂ ਦੀਆਂ ਚਾਲਾਂ ਆ, ਅਸੀਂ ਸਮਝ ਗਏ ਆ। ਤੇ ਇਹਨਾਂ ਨੂੰ ਅਸੀਂ ਹੱਲੇ ਵੀ ਇਹ ਅਪੀਲ ਕਰਦੇ ਆ ਕਿ ਆਪਣੇ ਆਰਡੀਨੈਂਸ ਵਾਪਸ ਕਰ ਲੈਣ ਤੇ ਅਸੀਂ ਘਰਾਂ 'ਚ ਬਹਿ ਜਾਈਏ, ਨਹੀਂ ਤਾਂ ਅਸੀਂ ਘਰੀ ਬੈਠਣ ਵਾਲੇ ਨਹੀਂ। ਇਹ ਸੰਘਰਸ਼ ਚੱਲਦਾ ਆ, ਇਹ ਹੋਰ ਤੇਜ਼ ਹੋਊਗਾ, ਇਹ ਅਸੀਂ ਰੁਕਦੇ ਨਹੀਂ। ਜਿੰਨਾ ਚਿਰ ਸੰਘਰਸ਼ ਚੱਲਦਾ, ਜਿੰਨਾ ਚਿਰ ਮੋਰਚਾ ਫਤਿਹ ਨਹੀਂ ਹੁੰਦਾ, ਉਹਨਾਂ ਚਿਰ ਘਰੇ ਨਹੀਂ ਜਾਂਦੇ ਸੀ। ਇਹ ਸੰਘਰਸ਼ ਲਗਾਤਾਰ ਚੱਲ ਰਿਹਾ, ਪਰ ਮੋਦੀ ਸਾਹਿਬ ਤਾਂ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਵੀ ਇਹ ਤਾਂ ਅੱਜ ਤੋਂ 30 ਸਾਲ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਸੀ, ਜਿਹੜਾ ਕੰਮ ਮੈਂ ਕੀਤਾ। ਇਹਦੇ ਨਾਲ ਤਾਂ ਦੇਸ਼ ਦਾ ਭਵਿੱਖ ਹੀ ਪਤਾ ਨਹੀਂ ਕਿਹੋ ਜਿਹਾ ਹੋ ਜਾਣਾ ਸੀ। ਆਤਮ ਨਿਰਭਰ ਤਾਂ ਹੁਣ ਬਣਨ ਲੱਗੇ ਆ। ਬਿਲਕੁਲ 30 ਸਾਲ ਪਹਿਲਾਂ ਹੀ ਇਹ ਸਾਰਾ ਕੁਝ ਵੇਚ ਜਾਣਾ ਚਾਹੁੰਦੇ ਸੀ। ਜਿਹੜਾ ਰੇਲਵੇ ਉਹ ਪ੍ਰਾਈਵੇਟ ਲਿਮਟਿਡ, ਜਿਹੜੇ ਸਕੂਲ ਪ੍ਰਾਈਵੇਟ ਲਿਮਟਿਡ, ਜਿਹੜੀਆਂ ਆਪਣਾ ਟਰਾਂਸਪੋਰਟ ਆ ਉਹ ਪ੍ਰਾਈਵੇਟ ਲਿਮਟਿਡ, ਜਿਹੜਾ ਆਪਣਾ 에ਅਰਪੋਰਟ ਆ ਉਹ ਪ੍ਰਾਈਵੇਟ ਲਿਮਟਿਡ। ਇਹ ਥੋੜੇ ਚਿਰ ਬਾਅਦ ਇਹਨਾਂ ਨੇ ਇੰਡੀਆ ਪ੍ਰਾਈਵੇਟ ਲਿਮਟਿਡ ਲਾ ਦੇਣਾ। ਇਹ ਜਿਹੜਾ 30 ਸਾਲ ਪਹਿਲਾਂ ਹੀ ਇਹਨਾਂ ਨੇ ਇੰਡੀਆ ਨੂੰ ਵੀ ਵੇਚ ਦੇਣਾ ਸੀਗਾ। ਇਹ ਚਾਹੁੰਦੇ ਆ ਕਿ ਇਹ ਸਾਰਾ ਇੰਡੀਆ ਹੀ ਪ੍ਰਾਈਵੇਟ ਲਿਮਟਿਡ ਹੋ ਜਾਵੇ। ਕਿਸਾਨਾਂ ਦੀਆਂ ਵੀ ਤਾਂ ਨਹੀਂ ਬੋਲੀਆਂ ਲੱਗਣ ਲੱਗ ਜੂਗੀਆਂ। ਬਿਲਕੁਲ, ਇਹ ਹੁਣ ਸਾਰਾ ਕੁਝ ਵੇਚੀ ਜਾਂਦੇ ਆ। ਮੈਂ ਗੱਲ ਕਰੂੰਗਾ ਜੀ, ਪਹਿਲਾਂ ਆਪਣੇ ਹਸਪਤਾਲ ਸਰਕਾਰੀ ਚੱਲਦੇ ਸੀ, ਹਰ ਬੰਦਾ ਇਲਾਜ ਕਰਾਉਂਦਾ ਸੀਗਾ। ਪ੍ਰਾਈਵੇਟ ਹਸਪਤਾਲ ਆਏ, ਖਾ ਗਏ ਹਸਪਤਾਲਾਂ ਨੂੰ, ਸਰਕਾਰੀ ਹਸਪਤਾਲਾਂ ਨੂੰ। ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਵੀ ਪੜ੍ਹੇ ਆ, ਸਾਡੇ ਬਜ਼ੁਰਗ ਵੀ ਪੜ੍ਹੇ ਆ। ਪ੍ਰਾਈਵੇਟ ਸਕੂਲ ਆਏ, ਸਰਕਾਰੀ ਸਕੂਲਾਂ ਦਾ ਹਾਲ ਦੇਖ ਲਓ। ਟਰਾਂਸਪੋਰਟ ਆਪਣੀ ਚੱਲਦੀ ਸੀਗੀ, ਟਰਾਂਸਪੋਰਟ ਜਦੋਂ ਪ੍ਰਾਈਵੇਟ ਟਰਾਂਸਪੋਰਟ ਆਈ, ਸਰਕਾਰੀ ਟਰਾਂਸਪੋਰਟ ਖਤਮ ਹੋ ਗਈ। ਹੁਣ ਇਸ ਵੇਲੇ ਸਰਕਾਰੀ ਮੰਡੀ ਚੱਲਦੀ ਆ ਤੇ ਇਹਨਾਂ ਨੂੰ ਇਹ ਦੁੱਖ ਦੇ ਰਹੀ ਆ, ਪ੍ਰਾਈਵੇਟ ਮੰਡੀ ਨਾਲ ਲਿਆ ਕੇ ਸਾਡੀ ਸਰਕਾਰੀ ਮੰਡੀ ਨੂੰ ਖਾਣਾ ਚਾਹੁੰਦੇ ਆ। ਇਸ ਵੇਲੇ ਇਹਦਾ ਚਾਹੁੰਦੇ ਹਰ ਚੀਜ਼, ਸਾਡਾ ਜਿਹੜਾ ਬਿਜਲੀ ਦਾ ਸੈਕਟਰ ਆ, ਗ੍ਰਿਡ ਦੇ ਗ੍ਰਿਡ, ਇਹ ਸਰਕਾਰ ਨਹੀਂ ਚਾਹੁੰਦੀ, ਸਰਕਾਰ ਕੁਝ ਨਹੀਂ ਚਾਹੁੰਦੀ, ਤੁਸੀਂ ਚਾਹੁੰਦੇ ਆ। ਤੁਹਾਨੂੰ ਹੀ ਵਹਿਮ ਆ ਕਿ ਇਹ ਸਰਕਾਰ ਨੂੰ ਕੋਈ ਵਹਿਮ ਨਹੀਂ, ਸਰਕਾਰ ਕਲੀਅਰ ਆ। ਬਾਰ-ਬਾਰ ਖੇਤੀਬਾੜੀ ਮਿਨਿਸਟਰ ਸਾਡੇ ਨਰਿੰਦਰ ਤੋਮਰ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਵੀ ਪੰਜਾਬੀਆਂ ਨੂੰ ਕਿਉਂ ਲੱਗਦਾ ਵੀ ਇਹਨਾਂ ਦੀਆਂ ਜ਼ਮੀਨਾਂ ਖੋਈਆਂ ਜਾਣੀਆਂ। ਪੰਜਾਬੀਆਂ ਨੂੰ ਕਿਉਂ ਨਹੀਂ ਸਮਝ ਆ ਰਹੀ ਵੀ ਕਿਸਾਨਾਂ ਦੇ ਲਈ ਜਿਹੜੇ 3 ਆਰਡੀਨੈਂਸ ਨੇ ਇਹ ਭਾਈ ਸਹੀ ਹੈ, ਕਾਲੇ ਕਿਉਂ ਕਹੀ ਜਾਂਦੇ। ਸਾਰੇ ਮੁਲਕ ਨੂੰ ਪਤਾ ਲੱਗ ਗਿਆ ਵੀ ਉਹ ਸਹੀ ਨੇ। ਉਹ ਤਾਂ ਮੈਮ ਕਾਰਨ ਆ, ਜਿਹੜੇ ਪੰਜਾਬੀ ਆ ਇਹ ਜਾਗਦੀਆਂ ਜ਼ਮੀਰਾਂ ਵਾਲੇ ਆ। ਇਹ ਜਿਹੜੇ ਹੈ ਨਾ ਬੰਦੇ, ਮਤਲਬ ਕਿ ਅਨਪੜ੍ਹ ਹੋ ਕੇ ਗੋਰਿਆਂ ਦੇ ਰਾਜ ਤੋਂ ਲੈ ਕੇ ਅੱਜ ਵੀ ਅਨਪੜ੍ਹ ਵਿਚਾਰੇ ਮਿਹਨਤ ਕਰੀ ਜਾਂਦੇ ਆ, ਪਰ ਉਹਨਾਂ ਨੂੰ ਆਪਣੀ ਮਿਹਨਤ ਦਾ ਫਲ ਨਹੀਂ ਮਿਲ ਰਿਹਾ। ਜਿਹੜੇ ਪੰਜਾਬੀ ਆ ਇਹ ਪੜ੍ਹੇ ਆ, ਇਸੇ ਕਰਕੇ ਇਹਨਾਂ ਨੂੰ ਚੁੱਭਦੇ ਆ, ਇਸੇ ਕਰਕੇ ਇਹਨਾਂ ਨੂੰ ਇਹ ਵੱਖਵਾਦੀ ਲੱਗਦੇ, ਕਿਉਂਕਿ ਅਸੀਂ ਕਿਸੇ ਦਾ ਹੱਕ ਖੋ ਕੇ ਖਾਂਦੇ ਨਹੀਂ, ਪਰ ਅਸੀਂ ਆਪਣਾ ਹੱਕ ਖੋਣ ਵੀ ਨਹੀਂ ਦੇਣਾ। ਅਸੀਂ ਸ਼ੁਰੂ ਤੋਂ ਆਪਣਾ ਹੱਕ, ਸਾਨੂੰ ਮਹਾਰਾਜ ਨੇ ਕਿਰਤ, ਉਹਨਾਂ ਨੇ ਬੜਾ ਸੋਹਣਾ
ਸ਼ਬਦ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਦੇ ਦਿੱਤਾ ਕਿ ਇਹ ਬਿਲਕੁਲ। ਅੰਦੋਲਨ ਜੀਵੀ ਨੇ, ਭਾਈ ਇਹ ਅੰਦੋਲਨਕਾਰੀ ਨਹੀਂ ਹੈ। ਅੰਦੋਲਨ ਜੀਵੀ ਸਾਨੂੰ ਇਹ ਵਰਡ ਜ਼ਰੂਰ ਦੇਤਾ ਉਹਨਾਂ ਨੇ, ਅੰਦੋਲਨ ਜੀਵੀ, ਪਰ ਅੰਦੋਲਨ ਕਾਹਦੇ ਲਈ ਕਰ ਰਹੇ ਆ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ, ਇਹ ਸਰਕਾਰ ਨੂੰ ਪਤਾ ਹੋਣਾ ਚਾਹੀਦਾ। ਅਸੀਂ ਕਿਸੇ ਦਾ ਹੱਕ ਨਹੀਂ, ਕਿਸੇ ਦਾ ਨਹੀਂ ਮੰਗਦੇ, ਅਸੀਂ ਆਪਣਾ ਹੱਕ ਮੰਗ ਰਹੇ ਆ। ਸਾਡਾ ਹੱਕ ਆ, ਅਸੀਂ ਸ਼ੁਰੂ ਤੋਂ ਜੇ ਅਸੀਂ ਮਿਹਨਤ ਕਰਦੇ ਆ, ਇਹਨਾਂ ਨੇ ਯੂਪੀ ਮਾਰਿਆ, ਬਿਹਾਰ ਮਾਰਿਆ, ਹੁਣ ਸਾਡੀ ਵਾਰੀ ਆ, ਪਰ ਅਸੀਂ ਐ ਸਰਕਾਰ ਦੇ ਹੱਥੋਂ ਮਰਨ ਵਾਲੇ ਨਹੀਂ। ਇਹ ਸੰਘਰਸ਼ ਤੇਜ਼ ਹੋਊਗਾ, ਜਾਂ ਤਾਂ ਇਹ ਸਰਕਾਰ ਮਰੂਗੀ ਜਾਂ ਅਸੀਂ ਮਰਾਂਗੇ, ਚਲੋ ਕੋਈ ਨਹੀਂ, ਪਰਮਾਤਮਾ ਦੇਖਣ ਵਾਲਾ, ਪਰ ਇਹ ਸੰਘਰਸ਼ ਉਨਾ ਚਿਰ ਨਹੀਂ ਖਤਮ ਹੋਊਗਾ ਜਿੰਨਾ ਚਿਰ ਸਾਡੇ ਹੱਕ ਸਾਨੂੰ ਵਾਪਸ ਨਹੀਂ ਮਿਲਦੇ। ਇਹ ਇੰਡੀਆ ਪ੍ਰਾਈਵੇਟ ਲਿਮਟਿਡ ਕਰ ਦੇਣ, ਪਰ ਪੰਜਾਬ ਪ੍ਰਾਈਵੇਟ ਲਿਮਟਿਡ ਨਹੀਂ ਹੋਊਗਾ। ਪੰਜਾਬ ਚੜ੍ਹਦੀ ਕਲਾ 'ਚ ਸੀਗਾ, ਚੜ੍ਹਦੀ ਕਲਾ 'ਚ ਹੀ ਰਹੂਗਾ। ਜੀ, ਇਹ ਛੋਟਾ ਜਿਹਾ ਸਵਾਲ ਹੈ ਕਿ ਤੁਸੀਂ ਅੰਦੋਲਨਕਾਰੀ ਹੋ ਜਾਂ ਅੰਦੋਲਨ ਜੀਵੀ ਹੋ, ਇੱਥੇ ਕਿਉਂ ਆਏ ਹੋ? ਮੈਂ ਕਿਸਾਨ ਹਾਂ ਜੀ। ਜੀ, ਹਾਂਜੀ। ਪਰ ਸਰਕਾਰ ਤਾਂ ਕਹਿੰਦੀ ਵੀ ਭਾਈ ਇਹ ਸਾਰੇ ਅੰਦੋਲਨ ਜੀਵੀ ਨੇ, ਅੰਦੋਲਨਕਾਰੀ ਥੋੜੀ ਨਾ। ਨਹੀਂ ਜੀ, ਮੈਂ ਤਾਂ ਕਿਸਾਨ ਹਾਂ ਜੀ, ਜੀ ਤੇ ਕਿਸਾਨ ਬਿੱਲਾਂ ਦੇ ਵਿਰੋਧ 'ਚ ਆਏ ਆ ਜੀ। ਜੀ, ਹਾਂ। ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਅੱਜ ਆਏ ਹੋ। ਸਰਕਾਰ ਬਾਰ-ਬਾਰ ਕਹਿ ਰਹੀ ਹੈ ਵੀ ਜਿਹੜੇ ਇੱਥੇ ਲੋਕ ਨੇ ਇਹ ਕਾਂਗਰਸ ਵੱਲੋਂ ਭੇਜੇ ਗਏ ਨੇ, ਪਹਿਲਾਂ ਕਹਿੰਦੇ ਸੀ, ਹੁਣ ਕਹਿੰਦੇ ਕਾਮਰੇਡ ਵੱਲੋਂ ਭੇਜੇ ਗਏ ਨੇ। ਇਸ ਲਈ ਕਿਸਾਨ ਜਿਹੜੇ ਇਹੋ ਜਿਹੇ ਪ੍ਰੋਟੈਸਟ ਨਹੀਂ ਕਰਦੇ, ਕਿਸਾਨ ਇਹੋ ਜਿਹੇ ਧਰਨੇ ਨਹੀਂ ਲਾਉਂਦੇ, ਇਹ ਤੇ ਅੰਦੋਲਨ ਜੀਵੀ ਕੰਮ ਕਰਦੇ ਨੇ। ਮੈਂ ਦੱਸਦਾ ਮੈਮ, ਇਹ ਸਾਡੇ ਭਾਈ ਨੇ, ਸਾਰੇ ਸਾਡੇ ਪਿੰਡ ਤੋਂ ਆ। 8 ਮਹੀਨੇ ਹੋ ਗਏ ਅੰਦੋਲਨ ਚੱਲਦੇ ਨੂੰ ਜੀ। 5 ਜੂਨ ਨੂੰ ਇਹ ਆਰਡੀਨੈਂਸ ਪਾਸ ਹੋਏ ਸੀਗੇ। 8 ਮਹੀਨੇ ਹੋ ਗਏ ਸਾਨੂੰ ਇਹ ਅੰਦੋਲਨ ਕਰਦੇ ਨੂੰ। 8 ਮਹੀਨਿਆਂ ਤੋਂ ਅਸੀਂ ਇਹਨਾਂ ਨੂੰ ਖੜਕਣ ਲੱਗ ਗਏ। ਪਹਿਲਾਂ ਜਿੱਥੇ ਕੋਈ ਕਾਲ ਪਵੇ, ਕੋਈ ਭੁਕੰਪ ਆਵੇ, ਕੋਈ ਬਾੜ ਆਵੇ, ਹਰ ਥਾਂ ਪੰਜਾਬੀ ਪਹੁੰਚੇ, ਹਰ ਥਾਂ ਜਾ ਕੇ ਉਹਨਾਂ ਨੇ ਲੰਗਰ ਛਕਾਏ। ਅੱਜ ਜਿਹੜੇ ਆਪਣੇ ਰਵੀ ਸਿੰਘ ਆ ਖਾਲਸਾ ਏਡ ਵਾਲੇ, ਹਰ ਥਾਂ ਉਹਨਾਂ ਨੇ ਕੀਤਾ। ਅੱਜ ਜੇ ਉੱਥੇ ਗਏ ਤਾਂ ਉਹ ਵੀ ਖਾਲਿਸਤਾਨੀ ਹੋ ਗਏ। ਅੱਜ ਜੇ ਉਹ ਆਪਣੇ ਕਿਤੇ ਬਾਹਰੋਂ ਕੋਈ ਆਪਣੇ ਸਿੰਗਰ, ਕੋਈ ਕਲਾਕਾਰ ਉਹ ਸਪੋਰਟ ਕਰਦੇ ਤਾਂ ਉਹ ਵੀ ਖਾਲਿਸਤਾਨੀ ਹੋ ਗਏ। ਇਹ ਭਾਈ ਜਦੋਂ ਪਹਿਲਾਂ ਕਰੋਨਾ ਚੱਲਦਾ ਸੀਗਾ ਉਦੋਂ ਸਾਰਿਆਂ ਨੇ ਬੜਾ ਸਾਥ ਦਿੱਤਾ ਆਪਣੇ ਪੰਜਾਬ ਦੇ ਨਾਲ, ਸਾਰੇ ਇੱਕ ਦੂਸਰੇ ਦਾ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਵੀ ਇਹੋ ਜਿਹੀ ਘੜੀ ਆਈ ਹੈ ਤੇ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਕੇਰਲਾ ਦੇ ਵਿੱਚ ਬਾੜ ਆਈ, ਉੱਥੇ ਵੀ ਸਾਡੇ ਪੰਜਾਬੀਏ ਪਹੁੰਚੇ। ਉਦੋਂ ਕਦੇ ਵੀ ਸਰਕਾਰ ਨੇ ਕੁਐਸਚਨ ਮਾਰਕ ਨਹੀਂ ਸੀ ਲਗਾਇਆ ਵੀ ਭਾਈ ਇਹਨਾਂ ਨੂੰ ਫੰਡਿੰਗ ਕਿੱਥੋਂ ਹੁੰਦੀ। ਹੁਣ ਖਾਲਸਾ ਏਡ ਤੇ ਸਵਾਲੀਆ ਨਿਸ਼ਾਨ ਨੇ ਵੀ ਇਹਨਾਂ ਨੂੰ ਫੰਡਿੰਗ ਕੌਣ ਕਰਦਾ। ਖਾਲਿਸਤਾਨ ਤਾਂ ਬੜੀ ਦੂਰ ਦੀ ਗੱਲ ਹੈ। ਮੈਂ ਤੁਹਾਨੂੰ ਦੱਸਦਾ ਜੀ, ਸਾਡੀ ਜਿਹੜੀ ਫੰਡਿੰਗ ਆ ਉਹ ਬਾਬੇ ਨਾਨਕ ਤੋਂ ਹੋ ਰਹੀ ਆ। ਇਹ ਜੋ ਮਰਜ਼ੀ ਕਹੀ ਜਾਣ, ਇਹ ਜੋ ਮਰਜ਼ੀ ਕਹੀ ਜਾਣ, ਇਹ ਸਾਨੂੰ ਚਾਈਨਾ ਭੇਜਦਾ, ਪਾਕਿਸਤਾਨ ਭੇਜਦਾ। ਇਹ ਜਿਹੜੀ ਫੰਡਿੰਗ ਆ, ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਲਾਇਆ ਸੀਗਾ, ਇਹ ਮੁੱਕਦਾ ਨਹੀਂ। ਇਹ ਭਾਵੇਂ ਹੋਰ 2 ਸਾਲ, 4 ਸਾਲ, 6 ਸਾਲ, 100 ਸਾਲ ਵੀ ਕਰੀ ਜਾਣ, ਇਹ ਮੁੱਕਣਾ ਨਹੀਂ। ਉਹਦਾ ਵਿਆਜ ਹੀ ਖਾ ਰਹੇ ਹਾਂ ਅਸੀਂ, ਹਾਲੇ ਮੂਲ ਤੇ ਸਾਡੀ ਵਾਰੀ ਨਹੀਂ ਆਈ। ਇਹ ਫੰਡਿੰਗ ਉਧਰੋਂ ਹੋ ਰਹੀ ਆ ਸਾਨੂੰ। ਇਹ ਜਿਹੜੇ ਦੱਸ ਰਹੇ ਆ ਅੰਦੋਲਨ ਜੀਵੀ, ਕਦੇ ਕੋਈ ਜੀਵੀ, ਇਹ ਅਸੀਂ ਆਪਣਾ ਹੱਕ ਮੰਗਣ ਜਾਗਦੇ ਹਾਂ। ਅਸੀਂ ਜਾਗਦੀ ਜ਼ਮੀਰ ਵਾਲੇ ਆ। ਜਿਹੜੇ ਬੈਠੇ ਆ, ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ, ਜਾਂ ਜਿਹੜੇ ਨਹੀਂ ਪੜ੍ਹੇ ਜਾਂ ਨਹੀਂ ਬੋਲ ਸਕਦੇ, ਉਹ ਵੀ ਇਸ ਬਿੱਲ ਨੂੰ ਸਮਝ ਕੇ ਪਹਿਲਾਂ ਇਹਨਾਂ ਨੇ ਜਿਹੜਾ ਇਹਨਾਂ ਦਾ ਨੈਸ਼ਨਲ ਮੀਡੀਆ, ਅਸਲ ਦੇ ਵਿੱਚ ਜਿਹੜੇ ਹੈ ਨਾ ਸਾਡੇ ਬੰਦੇ, ਜਿਹੜੇ ਨਿਆਣੇ ਵੀ ਆ, ਉਹਨਾਂ ਨੂੰ ਵੀ ਨੈਸ਼ਨਲ ਮੀਡੀਆ ਨੇ ਚੁਸਤ ਕੀਤਾ। ਇਹਨਾਂ ਨੇ ਆਪ ਚੁਸਤ ਕੀਤਾ, ਜਾ ਕੇ ਪੁੱਠੇ ਸਵਾਲ ਪੁੱਛਦੇ। ਤੁਸੀਂ ਹਰ ਬੰਦਾ ਪੜ੍ਹ ਨਹੀਂ ਸਕਦਾ। ਕਿਸੇ ਬੰਦੇ ਨੂੰ ਮੈਂ ਸਮਝਾ ਸਕਦਾ ਆ ਕਿ ਆਹ ਬਿੱਲ ਦਾ ਆਹ ਘਾਟਾ ਆ, ਮੈਂ ਪੜ੍ਹਿਆ ਆ, ਮੈਂ ਆਪਣੇ 10 ਜਾਣਿਆਂ ਨੂੰ ਦੱਸ ਸਕਦਾ। ਕਈਆਂ ਨੂੰ ਇਹ ਪਤਾ ਕਿ ਮੈਂ ਸਹੀ ਆ ਜਾਂ ਆਹ ਸਹੀ ਆ, ਮਗਰ ਚੱਲਦੇ ਆ ਸਾਡੇ ਬੰਦੇ। ਇਹਨਾਂ ਨੇ ਇਕੱਲੇ ਹੁਣ ਛੋਟੇ ਤੋਂ ਲੈ ਕੇ ਕਿਸੇ ਨਿਆਣੇ ਤੋਂ ਲੈ ਕੇ ਕਿਸੇ ਬਜ਼ੁਰਗ ਨੂੰ ਵੀ ਤੁਸੀਂ ਪੁੱਛ ਲਓਗੇ ਕਿ ਆਰਡੀਨੈਂਸਾਂ ਦੇ ਵਿੱਚ ਕੀ ਆ, ਉਹ ਕੱਲਾ ਤੱਥ ਤੁਹਾਨੂੰ ਦੱਸੂਗਾ ਕਿ ਇਹਦੇ ਵਿੱਚ ਕੀ ਆ। ਇਹਨਾਂ ਨੇ ਚੁਸਤ ਕੀਤਾ। ਇਸ ਗੱਲ ਦਾ ਮੈਂ ਮੋਦੀ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਹੜੇ ਪੁਰਾਣੇ ਸਾਡੇ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਬੰਦੇ ਬੋਲਦੇ ਨਹੀਂ ਸੀ, ਪਾਰਟੀਆਂ ਨਾਲ ਜੁੜੇ ਹੋਏ ਸੀ, ਉਹ ਵੀ ਇਕੱਠੇ ਹੋ ਗਏ। ਉਹ ਕੁੜੀ ਨੇ ਟੂਲ ਕਿਟ ਨੂੰ ਜੇ ਸੰਪਾਦਕ ਉਹਦਾ ਦੱਸਦੇ ਆ ਜਾਂ ਉਹਨੇ ਬਣਾਈ ਆ, ਤਾਂ ਇਹਨਾਂ ਨੂੰ ਖੁਸ਼ ਹੋਣ ਦੀ ਬਜਾਏ ਇਹਨਾਂ ਨੂੰ ਇਹ ਸਾਡੇ ਤੇ 307 ਦੇ ਪਰਚੇ। ਅਸਲ ਦੇ ਵਿੱਚ ਮੋਦੀ ਸਾਹਿਬ ਆਪ ਤੁਹਾਨੂੰ ਪਤਾ ਛੜੇ ਆ ਥੋੜਾ ਜਿਹਾ, ਇਸ ਕਰਕੇ ਉਹਨਾਂ ਨੂੰ ਘਰੋਂ ਜਿਹੜਾ ਉਹ ਫਰਸਟ੍ਰੇਸ਼ਨ ਆ, ਉਹ ਜਿਹੜੀ ਘਰੇ ਉਹਨਾਂ ਨੂੰ ਨਹੀਂ ਨਿਕਲਦੀ, ਉਹ ਬਾਹਰ ਆ ਕੇ ਸਾਡੇ ਉੱਤੇ ਕੱਢਦੇ ਆ। ਪਰ ਮੈਂ ਉਹਦਾ ਗੱਲ ਕਰਦਾ, ਇਹ ਜੋ ਮਰਜ਼ੀ ਕਰ ਲੈਣ, ਇਹ ਜਿਹੜੇ ਮਰਜ਼ੀ ਸਾਡੀਆਂ ਭੈਣਾਂ ਤੇ, ਸਾਡੀਆਂ ਮਾਤਾਵਾਂ ਤੇ, ਸਾਡੇ ਬਜ਼ੁਰਗਾਂ ਤੇ ਪਰਚੇ ਕਰ ਲੈਣ। ਮੁਕਤਸਰ ਦੀ ਨੌਦੀਪ ਆ, ਉਹ ਵੀ ਉਸ ਸੰਘਰਸ਼ ਦਾ ਹਿੱਸਾ ਰਹੀ ਆ, ਮਜ਼ਦੂਰਾਂ ਦੇ ਨਾਲ ਸਾਥ ਦਿੱਤਾ। 22 ਸਾਲਾਂ ਦਾ ਬੱਚਾ, ਇੱਕ ਘਰ ਚੋਂ ਗੁੜਤੀ ਮਿਲਦੀ ਆ ਉਹੋ ਜਿਹੀ ਸ਼ਹਾਦਤਾਂ ਵਾਲੀ ਕਿ ਪੰਜਾਬ ਦੀ ਧੀ ਆ, ਤੇ ਉਹਨੂੰ ਜੇਲ੍ਹ 'ਚ ਪਾ ਦੇਣਾ, 2 'ਚ ਉਹਨੂੰ ਜ਼ਮਾਨਤ ਹੋ ਜਾਣੀ, ਹਜੇ 1 'ਚ ਹੋਣਾ ਨਹੀਂ। ਫਿਰ ਉਸ ਤੋਂ ਬਾਅਦ ਪੰਜਾਬ ਦੀ ਚੇਅਰਪਰਸਨ ਜਿਹੜੀ ਆ ਗੁਲਾਟੀ ਮੈਮ, ਉਹ ਜਾਣ ਦੀ ਉੱਥੇ ਕੋਸ਼ਿਸ਼ ਕਰਦੇ, ਉਹਨੂੰ ਜਾਣ ਨਹੀਂ ਦਿੱਤਾ ਜਾਂਦਾ। ਕਿਵੇਂ ਦੇਖਦੇ ਹੋ ਵੀ ਸਰਕਾਰ ਇੰਨਾ ਗਿਰ ਗਈ ਵੀ ਔਰਤਾਂ ਤੇ ਜ਼ੁਲਮ ਢਾਉਣ ਲੱਗ ਗਈ ਤੇ ਉਹਦੇ ਨਾਲ ਸ਼ੋਸ਼ਣ ਜਿੰਸੀ ਕਰਨਾ ਉੱਥੇ? ਮੈਂ ਗੱਲ ਕਰਦਾ ਜੀ, ਇਹ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਕਿਹੜੀ ਹੋ ਸਕਦੀ ਆ ਕਿ ਸਾਡੀਆਂ ਧੀਆਂ ਨੂੰ, ਸਾਡੀਆਂ ਭੈਣਾਂ ਨੂੰ ਇਹ ਚੱਕ ਕੇ ਜੇਲ੍ਹ ਦੇ ਵਿੱਚ ਸਿੱਟਣ ਡਿਆ। ਸਿਰ ਉਹਦਾ ਬੇਟੀ ਪੜਾਓ ਕਿਉਂ ਕਹਿ ਰਹੀ ਆ? ਬਿਲਕੁਲ ਤੁਹਾਡੀ ਗੱਲ ਕਰਦਾ ਮੈਂ। ਇਹ ਕਿਉਂ ਕਰਦੇ ਆ ਫਿਰ ਬੇਟੀ ਬਚਾਓ ਬੇਟੀ ਪੜਾਓ? ਇਹ ਜੇ ਨਿਆਣਿਆਂ ਤੇ, ਜੇ ਕੁੜੀਆਂ ਨੂੰ, ਜੇ ਸਾਡੀਆਂ ਮਾਤਾਵਾਂ ਦੇ ਉੱਤੇ ਇਹਨਾਂ ਨੂੰ ਤਰਸ ਨਹੀਂ ਹੈਗਾ, ਅਸੀਂ ਤਾਂ ਇਹਨਾਂ ਤੋਂ ਉਮੀਦ ਹੀ ਕੀ ਰੱਖਦੇ ਆ। ਪਰ ਇਹ ਬਾਰ-ਬਾਰ ਮੈਂ ਤੁਹਾਨੂੰ ਇੱਕੋ ਹੀ ਗੱਲ ਕਰਦਾ,
ਇਹ ਜੋ ਮਰਜ਼ੀ ਕਰ ਲੈਣ, ਜਿੱਥੇ ਤੱਕ ਮਰਜ਼ੀ ਚੱਲ ਜਾਣ। ਇਹ ਬੰਦੇ ਜਿਹੜੇ ਜਾਗ ਗਏ ਆ, ਜਿਨ੍ਹਾਂ ਦੀ ਜ਼ਮੀਰ ਜਾਗ ਗਈ ਆ, ਜਿਨ੍ਹਾਂ ਨੇ ਪੜ੍ਹ ਲਿਆ ਇਹਨਾਂ ਨੂੰ, ਉਹ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਨਾ ਪਹਿਲਾਂ ਆਏ ਨਾ ਹੁਣ ਆਏ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 100 ਸਾਲ ਪੰਜਾਬ ਘੱਟ ਬਾਕੀਆਂ ਨਾਲੋਂ ਗੁਲਾਮ ਰਿਹਾ, ਤੇ ਗੁਲਾਮ ਹੋਣ ਦਾ ਜਿਹੜਾ ਕਾਰਨ ਸੀਗਾ, ਜਿਹੜਾ ਅੰਗਰੇਜ਼ਾਂ ਨੇ ਸਾਡਾ ਜਿਹੜਾ ਸਿੱਖਿਆ ਦਾ ਮਿਆਰ ਆ ਉਹ ਸਿੱਟਣ ਦੇ ਲਈ ਉਹਨਾਂ ਨੇ ਆਪਣਾ ਇੱਥੇ ਸੈੱਲ ਬਣਾਇਆ, ਤੇ 35 ਸਾਲ ਲੱਗੇ ਉਹਨਾਂ ਨੂੰ ਸਾਡਾ ਸਿੱਖਿਆ ਦਾ ਮਿਆਰ ਡਾਊਨ ਕਰਨ ਨੂੰ। ਜਦੋਂ ਇੱਕ ਪਿੰਡ ਦੇ ਵਿੱਚ 1500 ਬੰਦਾ ਸੀ, ਜੇ 1500 ਚੋਂ 1500 ਪੜ੍ਹਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਅੱਜ ਇਹ ਕਾਲੇ ਗੋਰੇ ਆ ਗਏ ਸਾਨੂੰ। ਮੈਂ ਗੱਲ ਕਰਦਾ ਹੁਣ ਇਹਨਾਂ ਨੇ ਸਾਡੇ ਜਿਹੜਾ ਸਿੱਖਿਆ ਦੇ ਜਿਹੜੇ ਸਰਕਾਰੀ ਸਕੂਲ ਆ 8ਵੀਂ ਕਲਾਸ ਤੱਕ ਇਹਨਾਂ ਨੇ ਕਹਿ ਦਿੱਤਾ ਕਿ ਕੋਈ ਬੱਚਾ ਫੇਲ ਨਹੀਂ ਹੋਊਗਾ। ਜਿਹੜਾ ਬੱਚੇ ਦਾ ਬੇਸ ਆ, ਮੈਂ ਕਹਿੰਦਾ ਇਹ ਕਿਹੜੇ ਗੋਰਿਆਂ ਨਾਲੋਂ ਘੱਟ ਆ। ਸਿੱਖਿਆ ਦਾ ਮਿਆਰ ਹੀ ਖਤਮ ਕਰੀ ਜਾਂਦੇ। 8ਵੀਂ ਕਲਾਸ ਤੱਕ ਕੋਈ ਫੇਲ ਨਹੀਂ ਹੋਊਗਾ। ਜਿਹੜਾ ਬੱਚੇ ਦਾ ਬੇਸ ਬਣਨਾ ਉੱਥੇ ਤੱਕ ਉਹਨੂੰ ਪੜਾਉਣਾ ਹੀ ਨਹੀਂ। ਉਹਨਾਂ ਨੂੰ ਜੇ ਦਲੀਏ ਦੇ ਕੇ ਉਹਨਾਂ ਨੂੰ ਘਰ ਨੂੰ ਭੇਜਣਾ, ਅਸੀਂ ਕੀ ਕਰਨਾ ਇੱਦਾਂ ਦੀਆਂ ਸਰਕਾਰਾਂ ਤੋਂ? ਅਸੀਂ ਕੀ ਕਰਨਾ? ਸਾਡਾ ਜਿਹੜਾ ਬੇਸ ਆ, ਜਿਹੜਾ ਸਾਡੇ ਗਾਂ ਨਸਲਾਂ ਆ, ਉਹਨਾਂ ਨੂੰ ਖਰਾਬ ਕਰਨ ਲੱਗੇ ਹੋ ਆ। ਜਿਹੜੇ ਇਹ ਗੋਰਿਆਂ ਨੇ ਕੰਮ ਕੀਤਾ ਇਹ ਕਰ ਰਹੇ ਆ। ਅਸੀਂ ਇਹਨਾਂ ਤੋਂ, ਮੈਂ ਤੁਹਾਨੂੰ ਗੱਲ ਕਰਦਾ ਕਿ ਜਿਹੜੀ ਆਉਂਦੀ ਇਲੈਕਸ਼ਨ ਆ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਇਹ ਕਿੱਥੇ ਖੜੇ ਆ। ਆਉਂਦੀ 2022 ਦੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੂੰ ਪਤਾ ਲੱਗੂਗਾ ਇਹ ਕਿੱਥੇ ਖੜੇ ਆ। ਸਾਰੀਆਂ ਸੀਟਾਂ ਬੀਜੇਪੀ ਨੂੰ ਮਿਲਣਗੀਆਂ। ਬਿਲਕੁਲ। ਇਹ ਕਹਿੰਦੇ ਸਾਰੀਆਂ ਸੀਟਾਂ, ਇਹ ਇਹਨਾਂ ਦੀ ਜਿਹੜੀ EVM ਵਾਲਾ ਘਪਲਾ, ਉੱਤੇ ਵੀ ਅਸੀਂ ਵਿਰੋਧ ਕਰਾਂਗੇ। ਜਿਹੜੀ ਪੇਪਰ ਬੈਲਟ ਤੇ ਜਿਹੜੀ ਚੋਣ ਹੋਊਗੀ ਅਸੀਂ ਦੇਖਾਂਗੇ ਤੇ ਇਹ ਕਿਹੜੀ ਸੀਟ ਲੈ ਕੇ ਜਾਂਦੇ ਆ। ਇੱਕ ਬੰਦਾ ਬਿਲਕੁਲ ਇੱਕ ਬੰਦਾ। EVM ਬਾਰੇ ਬੀਜੇਪੀ ਵਾਲੇ ਜਿਹੜੇ ਕੈਂਡੀਡੇਟ ਹਾਰੇ ਨੇ ਉਹ ਆਪ ਵੀ ਕਹਿ ਰਹੇ ਨੇ ਕਿ EVM ਗਲਤ ਹੈ। ਹੁਣ ਕਿੱਦਾਂ ਗਲਤ ਹੋ ਗਈ? ਉਹ ਇੱਕ ਵੋਟ ਨਿਕਲੀ ਇੱਕ ਦੀ ਨਾ, ਉਹ ਪਿੱਟਦੀ ਸੀਗੀ ਰਾਤ। ਜੀ ਨਹੀਂ, ਉਹਦੇ 20 ਜਣਿਆਂ ਨੇ ਪਾਈ ਸੀ ਵਿਚਾਰੀ ਦੀਆਂ ਨੋਈ। ਉਹ ਕਹਿ ਰਹੀ ਹੈ ਨਾ ਮੇਰੇ 20 ਤਾਂ ਮੇਰੇ ਆਪਣੇ ਸੀ ਘਰ ਦੇ, ਇੱਕ ਵੋਟ ਕਿਉਂ ਨਿਕਲੀ ਹੈ? ਉਹ ਕਹਿੰਦੀ EVM 'ਚ ਖਰਾਬੀ ਆ। ਹੁਣ ਕੈਪਟਨ ਸਰਕਾਰ ਦੀ EVM 'ਚ ਖਰਾਬੀ ਆ ਤੇ ਮੋਦੀ ਸਰਕਾਰ ਦੀ ਹੈ ਨਹੀਂ ਜੀ। ਸਾਰੀ ਦੁਨੀਆ ਰੌਲਾ ਪਾਉਂਦੀ ਆ। ਉਹ ਤਾਂ ਸ਼ਰੇਆਮ ਕਹਿ ਰਹੇ ਨੇ ਵੀ ਕਾਂਗਰਸ ਨੇ ਘਪਲਾ ਕੀਤਾ। ਦੇਖੋ ਉਹ ਬਹਾਨੇ ਬਣਾਉਂਦੇ ਨੇ। ਇੰਨੀ ਵਧੀਆ ਸਾਡੇ ਮੁਲਕ ਦੀ ਆਪਸ ਦੇ ਵਿੱਚ ਭਾਈਚਾਰਾ ਮੇਲ ਮਿਲਾਪ ਆ। ਅਸੀਂ ਹਰ ਇੱਕ ਦੇ ਦੁੱਖ ਸੁੱਖ 'ਚ ਖੜੇ ਹੁੰਦੇ ਆ। ਉਹਨਾਂ ਨੂੰ ਪਾੜ ਕੇ, ਉਹਨਾਂ ਦੇ ਵਿੱਚ ਫਿਰਕਾਪ੍ਰਸਤੀ ਪੈਦਾ ਕਰਕੇ, ਉਹਨਾਂ ਨੂੰ ਮਾਰ ਕੇ, ਉਹਨਾਂ ਨੂੰ ਦਬਾ ਕੇ, ਇਹੋ ਜਿਹਾ ਮਤਲਬ ਜਿਹੜਾ ਹੈਗਾ ਨਾ ਡਰਾ ਕੇ NIA ਤੇ ਉਹ ਅੰਦਰ ਕਰ ਦਾਂਗੇ। ਦੇ ਦਿਓ ਫਿਰ ਅੰਦਰ। ਸਾਡੇ ਤਾਂ ਬਾਬੇ ਅੰਦਰ ਹੀ ਮਰ ਗਏ ਸੀਗੇ। ਉਹ ਤਾਂ ਸ਼ਹੀਦ ਹੋ ਗਏ ਸੀ ਅੰਦਰ ਹੀ। ਉਹ ਕਹਿੰਦੇ ਪਰ ਸਾਡਾ ਮੁਲਕ ਆਜ਼ਾਦ ਹੋਣਾ ਚਾਹੀਦਾ। ਉਹਨਾਂ ਦੀ ਅਸੀਂ ਜਿਹੜੀ ਆਨੰਦ ਮਾਣ ਰਹੇ ਆ। ਘਰ ਘਾਟ ਛੱਡ ਤੇ ਖੇਤ ਉੱਜੜ ਗਏ ਉਹਨਾਂ ਦੇ। ਇਸ ਕਰਕੇ ਅਸੀਂ ਰਿਕੁਐਸਟ ਕਰਦੇ ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਚਲੋ ਅਸੀਂ ਬਣਾ ਬੈਠੇ ਹੈ ਨਾ, ਜਾਂ ਸਾਡੇ ਮੁਲਕ ਦੇ ਲੋਕ ਗਲਤੀ ਕਰ ਬੈਠੇ ਤਾਂ ਉਹਨੂੰ ਸਾਡੀ ਗੱਲ ਸੁਣਨੀ ਚਾਹੀਦੀ ਆ। ਇੰਨੇ ਲੋਕ ਬੈਠੇ ਆ, ਤੁਸੀਂ ਉਹ ਮੀਡੀਆ ਖਿਲਾਫ ਕਰਕੇ ਉਹਨਾਂ ਦੇ ਇਦਾਂ ਆਪਣੇ ਮੁਲਕ ਦੇ ਲੋਕਾਂ ਨਾਲ ਕਰਨਾ ਚਾਹੀਦਾ। ਪਰ ਉਹ ਤਾਂ ਕਹਿੰਦੇ ਵੀ ਅਸੀਂ ਜੋ ਕਰ ਰਹੇ ਸੀ ਸਹੀ ਕਰਦੇ, ਤਾਂ ਸਾਨੂੰ ਪਹਿਲਾਂ ਕਈ ਸਦੀਆਂ ਤੋਂ ਹੋ ਜਾਣਾ ਚਾਹੀਦਾ ਸੀ। ਜਿਹੜੇ ਪਹਿਲੇ ਰਹਿ ਚੁੱਕੇ ਉਹਨਾਂ ਨੇ ਕੀਤਾ ਨਹੀਂ। ਨਹੀਂ ਮੈਡਮ ਜੀ, ਚਲੋ ਗਲਤੀਆਂ ਕੁਛ ਉਹਨਾਂ ਤੋਂ ਵੀ ਹੋਈਆਂ ਹੋਣਗੀਆਂ, ਕਿਉਂਕਿ ਸਾਡੇ ਮੁਲਕ ਦੇ ਵਿੱਚ ਭ੍ਰਿਸ਼ਟਾਚਾਰ ਆ, ਇਹ ਤਾਂ ਆਪਾਂ ਵੀ ਜਾਣਦੇ ਆ। ਤੇ ਉਸ ਕਰਕੇ ਕੁਛ ਉਹਨਾਂ ਤੋਂ ਗਲਤੀਆਂ ਹੋਈਆਂ ਹੋਣ। ਪਰ ਇਹਨਾਂ ਨੇ ਤਾਂ ਜ਼ਿਆਦਾ ਹੀ ਕੰਮ ਚੱਕਦਾ ਨਾ, ਵੇਚਣ ਵਜਾਉਣ ਤੇ ਹੀ ਸਾਰਾ ਮੁਲਕ ਹੀ ਵੇਚ ਦੇਣਾ। ਹੁਣ ਲੋਕਾਂ ਦੀਆਂ ਪ੍ਰਾਪਰਟੀਆਂ ਨੇ, ਇਹ ਜ਼ਮੀਨਾਂ ਨੇ, ਉਹ ਵੇਚ ਦੇਣੀਆਂ ਨੇ। ਕਿਤੇ ਇਹ ਤਾਂ ਨਹੀਂ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਸਰਕਾਰ ਇਨਸਾਨਾਂ ਦਾ ਵੀ ਮੁੱਲ ਪਾਉਣ ਲੱਗ ਜੂ ਵੀ ਇਹ ਫਲਾਨਾ ਮੇਰੇ ਨਾਲ ਜ਼ਿਆਦਾ ਸੀ, ਇਹਦਾ ਮੁੱਲ ਇੰਨਾ? ਦੇਖੋ ਇਦਾਂ ਹੁੰਦਾ ਜੀ, ਜਦੋਂ ਕੋਈ ਰਾਜਾ ਨਾ ਰਾਜ ਤੇ ਬੈਠ ਜਾਂਦਾ ਹੈ ਤੇ ਫਿਰ ਉਹਨੂੰ ਇੱਕ ਇਹ ਉਮੀਦ ਹੋ ਜਾਂਦੀ ਹੈ ਵੀ ਹੁਣ ਮੈਂ ਲੰਮੇ ਸਮੇਂ ਤੱਕ ਜਾਣਾ ਨਹੀਂ। ਉਦੋਂ ਫਿਰ ਉਹ ਨਾ ਆਪਣੀਆਂ ਮਰਜ਼ੀਆਂ ਕਰਨ ਲੱਗ ਪੈਂਦਾ। ਸਾਡਾ ਮੁਲਕ ਹੈ ਜਿਹੜਾ ਇੱਕ ਦੁਨੀਆ ਦੇ ਵਿੱਚ ਵਧੀਆ ਲੋਕਤੰਤਰ ਮੰਨਿਆ ਜਾਂਦਾ, ਪਰ ਜੇ ਅਸੀਂ ਉਹਨੂੰ ਲੋਕਾਂ ਨੂੰ ਥੋੜੀ ਖੁੱਲ੍ਹ ਦਈਏ ਵੀ ਤੁਸੀਂ ਵੋਟ ਪਾ ਕੇ ਚੁਣੋ ਯਾਰ ਸਾਨੂੰ, ਹੈ ਨਾ, ਸਾਨੂੰ ਦੱਸੋ ਕੀ ਦੁੱਖ ਤਕਲੀਫ ਹੈ, ਸਾਡੀ ਦੁੱਖ ਤਕਲੀਫ ਨੂੰ ਸੁਣੋ ਤੁਸੀਂ। ਸਾਰੀ ਦੁਨੀਆ ਕਲਪ ਰਹੀ ਹੈ, ਉਹਦਾ ਰਿਜ਼ਲਟ ਕੀ ਆਊਗਾ? ਹੁਣ ਉਹ ਕਹਿੰਦੇ ਜੀ ਇਹ ਤਾਂ MSP ਤਾਂ ਲਾਗੂ ਰਹੂਗੀ, ਤੇ ਬਿਹਾਰ 'ਚ ਫਿਰ MSP ਦਾ ਕੀ ਬਣਿਆ? ਉੱਥੇ ਮੰਡੀਆਂ ਦਾ ਕੀ ਹਾਲ ਆ? 5 7 ਸਾਲ ਤਾਂ ਇੱਥੇ ਵੀ ਰਹੂਗੀ, ਉਹ ਤਾਂ ਸਾਨੂੰ ਵੀ ਪਤਾ ਆ। ਜਾਂ ਫਿਰ ਕੋਈ ਲਿਖਤੀ ਕਾਨੂੰਨ ਬਣਾਓ ਵੀ ਸਰਕਾਰੀ ਖਰੀਦ ਆ ਜਿਹੜੀ ਉਹ ਹੁੰਦੀ ਰਹੂਗੀ, ਫਿਰ ਤਾਂ ਅਸੀਂ ਮੰਨੀਏ। MSP ਰਹੇਗੀ, MSP ਹੈ ਥੀ, MSP ਆਗੇ ਵੀ ਰਹੇਗੀ, ਇਹ ਨਹੀਂ ਕੋਈ ਗੱਲ ਬਣਦੀ ਹੈ। ਇਹ ਕਾਨੂੰਨ ਮਾੜੇ ਨੇ, ਸਾਰਿਆਂ ਵਾਸਤੇ ਮਾੜੇ ਨੇ, ਇਕੱਲੇ ਕਿਸਾਨਾਂ ਵਾਸਤੇ ਮਾੜੇ ਨਹੀਂ ਹੈਗੇ। ਜਾਂ ਇਹਨੂੰ ਕੋਈ ਸਿੱਖ ਮੁੱਦਾ ਬਣਾ ਕੇ ਹੈ ਨਾ ਮੁਲਕ ਦੇ ਹਾਲਾਤ ਨੂੰ ਖਰਾਬ ਕਰ ਦੇਣਾ। ਇਹ ਫਿਰ ਉਹਨਾਂ ਨੂੰ ਜਿੱਦਾਂ ਮੁਸਲਮਾਨਾਂ ਦੇ ਨਾਲ ਜੋੜ ਦਿੱਤਾ ਸੀਗਾ, ਹੁਣ ਇਹਨੂੰ ਕਰੋਨਾ ਦਾ ਮੈਡਮ ਇਹਨਾਂ ਨੇ ਲਾਭ ਵੀ ਉਠਾਇਆ ਹੈ। ਇਹ ਜਿਹੜੇ ਕਾਨੂੰਨ ਬਣਾਏ ਆ ਨਾ, ਉਹ ਕਾਨੂੰਨਾਂ ਕਰਕੇ ਹੀ ਮਤਲਬ ਲੋਕ ਜਿਹੜੇ ਆ, ਆਪੋਜੀਸ਼ਨ ਹੈ ਨਹੀਂ, ਕੋਈ 10 ਮੈਂਬਰ ਨੇ, ਕੋਈ 15 ਮੈਂਬਰ ਨੇ, ਹੈ ਨਾ। ਤੇ ਚਲੋ ਲੋਕਾਂ ਨੇ ਪੂਰਨ ਬਹੁਮਤ ਨਾਲ ਇਹਨਾਂ ਨੂੰ ਜਿਤਾਇਆ ਹੈ, ਠੀਕ ਹੈ। ਪਰ ਉਹ ਰਾਜ ਕਰਨ ਦਾ ਤਰੀਕਾ ਕਿਸੇ ਤੋਂ ਸਿੱਖ ਲੈਂਦਾ ਬੰਦਾ। ਆਪਣੇ ਤੁਹਾਡੇ ਮੁਲਕ ਦੀ ਜਨਤਾ ਹੈ, ਉਹਦੇ ਤੇ ਤੁਸੀਂ ਰਹਿਮ ਕਰੋ, ਨਾ ਕਿ ਤੁਸੀਂ ਕਹੋ ਵੀ ਇਹ ਪਤਾ ਨਹੀਂ ਕੌਣ ਨੇ। ਕੋਈ ਇੱਥੇ ਖਾਲਿਸਤਾਨ ਨਹੀਂ ਮੰਗਦਾ, ਕੋਈ ਕੁਝ ਨਹੀਂ ਮੰਗਦਾ ਹੈਗਾ। ਸਭ ਅਮਨ ਅਮਾਨ ਨਾਲ ਰਹਿਣਾ ਚਾਹੁੰਦੇ ਨੇ, ਭਾਈਚਾਰਾ ਸਾਂਝ ਬਣਾ ਕੇ ਰਹਿਣਾ ਚਾਹੁੰਦੇ ਨੇ। ਕਿਹਨੂੰ ਨਹੀਂ ਆਪਣਾ ਘਰ ਪਿਆਰਾ, ਕਿਹਨੂੰ ਨਹੀਂ ਬੱਚੇ ਪਿਆਰੇ।
ਪਰ ਇਹ ਕੋਈ ਮਤਲਬ ਐਡੀ ਵਧੀਆ ਗੱਲ ਨਹੀਂ ਹੈਗੀ। ਤੁਸੀਂ ਦੇਖੋ ਕੱਲੀ ਬੀਜੇਪੀ ਤੇ ਸਰਕਾਰ ਨੂੰ ਛੱਡ ਕੇ ਬਾਕੀ ਸਾਰੇ ਵਕੀਲ, ਜੱਜ, ਸਾਬਕਾ ਪੁਲਿਸ ਅਫਸਰ, ਮਿਲਟਰੀ ਵਾਲੇ ਸਾਰੇ ਅਫਸਰ ਵੀ, ਮੁਲਾਜ਼ਮ ਵੀ, ਉਹ ਸਾਰੇ ਕਹਿ ਰਹੇ ਨੇ ਵੀ ਇਹ ਗਲਤ ਆ। ਤੁਸੀਂ ਕਹਿ ਰਹੇ ਹੋ ਇਹ ਗੱਲ ਵੀ ਸਾਰੇ ਕਹਿ ਰਹੇ ਨੇ ਗਲਤ ਆ, ਪਰ ਪ੍ਰਾਈਮ ਮਿਨਿਸਟਰ ਸਾਹਿਬ ਵੀ ਇਹ ਕਹਿ ਰਹੇ ਨੇ, ਨਰਿੰਦਰ ਤੋਮਰ ਵੀ ਇਹ ਕਹਿ ਰਹੇ ਨੇ ਗੱਲ ਵੀ ਪੂਰਾ ਮੁਲਕ ਕਹਿਣ ਲੱਗ ਗਿਆ ਆ ਕਿ ਇਹ ਠੀਕ ਨੇ, ਚਾਹੇ ਉਹ ਹਰਿਆਣੇ ਦੇ ਨੇ ਚਾਹੇ ਉਹ ਯੂਪੀ ਦੇ ਨੇ, ਪਰ ਪੰਜਾਬੀ ਇਹ ਕਿਉਂ ਮਾੜਾ ਕਹੀ ਜਾਂਦੇ, ਇਹ ਸਮਝ ਨਹੀਂ ਆਈ ਮੈਨੂੰ। ਤੇ ਉੱਤੋਂ ਇਹ ਕਾਲਾ ਕੀ ਇਹਦੇ ਵਿੱਚ ਮੈਨੂੰ ਇਹ ਵੀ ਨਹੀਂ ਸਮਝ ਆਈ। ਉਹ ਹੱਸ ਕੇ ਕਹਿੰਦੇ ਨੇ ਵੀ ਕਾਲਾ, ਪਤਾ ਨਹੀਂ ਇਹ ਕਿਉਂ ਕਹਿਣ ਲੱਗ ਗਏ। ਜਿਹੜਾ ਪੰਜਾਬ ਦਾ ਇਤਿਹਾਸ ਹੈ ਨਾ ਜੀ, ਉਹ ਪਹਿਲਾਂ ਵੀ ਇਸ ਤਰ੍ਹਾਂ ਹੀ ਆ। ਹਿੰਦੁਸਤਾਨ ਦੇ ਵਿੱਚ ਮੁਗਲੀ ਹਕੂਮਤ ਦੇ ਵਿੱਚ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਸਾਰੇ ਇੰਡੀਆ ਦੇ ਵਿੱਚ ਲੁੱਟ ਖਸੁੱਟ ਕਰਕੇ ਜਦੋਂ ਪੰਜਾਬ ਤੋਂ ਬਿਆਸ ਲੰਘਦੇ ਸੀ ਨਾ, ਉਦੋਂ ਫੜ ਲੈਂਦੇ ਸੀ। ਕੌਣ ਭਲਾ? ਇੱਕ ਮੁੱਠੀ ਭਰ, ਇਹ ਜਿਵੇਂ ਹੁਣ ਕਹਿੰਦੇ ਹੁੰਦੇ ਮੁੱਠੀ ਭਰ, ਉਹ ਫੜ ਲੈਂਦੇ ਵੀ ਨਹੀਂ ਭਾਈ ਇੱਦਾਂ ਨਹੀਂ ਹੋਣ ਦੇਣਾ ਸੀ। ਉਹ ਕਹਿੰਦੇ ਵੀ ਇਹ ਕੌਣ ਲੋਕ ਨੇ? ਉਹ ਫਿਰ ਤੁਸੀਂ ਇਤਿਹਾਸ ਦੇ ਵਿੱਚ ਸੁਣਿਆ ਪੜ੍ਹਿਆ ਵੀ ਹੈਗਾ ਨਾ ਵੀ ਇਹ ਕੌਣ ਲੋਕ ਨੇ। ਦੇਖੋ ਸਾਰੇ ਮੁਲਕ ਦੇ ਵਿੱਚ ਆਪਣੀ ਮਰਜ਼ੀ ਕਰਦੇ ਆਏ ਨੇ, ਉਹ ਕਿਸੇ ਨੇ ਉਹਨਾਂ ਨੂੰ ਰੋਕਿਆ ਨਹੀਂ। ਜਦੋਂ ਪੰਜਾਬ ਨੂੰ ਆ ਕੇ ਹੱਥ ਪਾਇਆ, ਉਹਨਾਂ ਨੇ ਕਿਹਾ ਵੀ ਨਹੀਂ ਜੀ ਅਸੀਂ ਨਹੀਂ ਹੋਣ ਦਿੰਦੇ। ਅੱਗੇ ਪੰਜਾਬ ਹੀ ਲੱਗਿਆ, ਪਰ ਹੁਣ ਦੇਖੋ ਨਾ ਹਰਿਆਣਾ ਸਾਰਾ ਜਾ ਗਿਆ, ਯੂਪੀ ਜਾ ਗਈ, ਮੱਧ ਪ੍ਰਦੇਸ਼, ਹੋਰ ਕਈ ਸਟੇਟਾਂ ਦੇ ਵਿੱਚ, ਚਲੋ ਦੂਰ ਪੈਂਦੀਆਂ ਥੋੜ੍ਹੀਆਂ ਜਿਹੀਆਂ ਉਹ, ਜਾਂ ਥੋੜ੍ਹੀ ਜਿਹੀ ਲੈਂਗੁਏਜ ਦੀ ਵੀ ਪ੍ਰੋਬਲਮ ਹੈ ਉਹਨਾਂ ਨੂੰ, ਹਿੰਦੀ ਪੰਜਾਬੀ ਉਹਨਾਂ ਨੂੰ ਨਹੀਂ ਆਉਂਦੀ। ਤੇ ਨਹੀਂ ਤਾਂ ਲਗਭਗ ਸਾਰਾ ਮੁਲਕ ਇਹ ਮੰਗ ਕਰਦਾ ਵੀ ਇਹ ਕਾਨੂੰਨ ਤੁਸੀਂ ਮਿਹਰਬਾਨੀ ਕਰਕੇ ਨਾ ਲਾਗੂ ਕਰੋ। ਲਗਾਤਾਰ ਸੰਘਰਸ਼ ਕਿਸਾਨਾਂ ਵੱਲੋਂ ਵਿੱਢਿਆ ਜਾ ਰਿਹਾ। ਅੱਜ ਬਹੁਤ ਲੰਬਾ ਸਮਾਂ ਹੋ ਗਿਆ ਆ ਕਿ ਉਸੇ ਤਰ੍ਹਾਂ 2.5 ਮਹੀਨੇ ਹੋਣ ਲੱਗੇ ਦਿੱਲੀ ਵੀ ਬੈਠਿਆ ਉਹਨਾਂ ਨੂੰ, ਪਰ ਸਰਕਾਰ ਤੇ ਖੇਤੀਬਾੜੀ ਮਿਨਿਸਟਰ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਵਾਪਸ ਨਹੀਂ ਹੋਣੇ, ਜੇ ਸੋਧ ਕਰਵਾਉਣਾ ਤੇ ਤੁਸੀਂ ਕਰਵਾ ਸਕਦੇ ਹੋ। ਸੋਧ ਮੈਡਮ, ਸੋਧ ਨਾਲ ਸਰਦਾ ਨਹੀਂ ਨਾ। ਦੇਖੋ ਜਿਹੜੇ ਐਡਵੋਕੇਟ ਨੇ ਜਾਂ ਜਿਨ੍ਹਾਂ ਨੇ ਉਸ ਨੂੰ ਚੰਗੀ ਤਰ੍ਹਾਂ ਮਤਲਬ ਹੈ ਨਾ ਪੜ੍ਹਿਆ, ਉਹ ਕਹਿੰਦੇ ਸੋਧ ਨਾਲ ਇਹਦੀ ਗੱਲ ਨਹੀਂ ਬਣ ਸਕਦੀ। ਉਹ ਮਾਹਰ ਨੇ ਬੰਦੇ, ਉਹ ਕੋਈ ਐ ਨਹੀਂ ਵੀ ਉਹ ਅਨਪੜ੍ਹ ਨੇ, ਉਹਨਾਂ ਨੂੰ ਪਤਾ ਨਹੀਂ ਹੈਗਾ। ਸਗੋਂ ਪਾਰਲੀਮੈਂਟ ਮੈਂਬਰਾਂ ਨੂੰ ਨਹੀਂਗਾ ਪਤਾ, ਭਾਵੇਂ ਕਾਂਗਰਸ ਦੇ ਜਾਂ ਹੋਰ ਕੋਈ, ਉਹਨਾਂ ਨੇ ਵਿਰੋਧ ਤਾਂ ਪਾਰਲੀਮੈਂਟ 'ਚ ਕੀਤਾ, ਪਰ ਉਹ ਕਾਨੂੰਨਾਂ ਬਾਰੇ ਕੁਝ ਨਹੀਂ ਜਾਣਦੇ, ਨਾ ਉਹਨਾਂ ਨੇ ਕੁਝ ਦੱਸਿਆ ਹੀ ਹੈ। ਇਹੀ ਕਹਿ ਰਹੇ ਨੇ ਵੀ ਇਹਨਾਂ ਨੂੰ ਵਾਪਸ ਕਰੋ, ਪਰ ਉਹ ਡਿਟੇਲ ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਵੀ ਉਹਦਾ ਕੀ ਰਿਜ਼ਲਟ ਨਿਕਲੂਗਾ। ਬਹੁਤ ਮਾੜਾ ਰਿਜ਼ਲਟ ਨਿਕਲੂਗਾ, ਸਾਰੀ ਦੁਨੀਆ ਸਮਝ ਗਈ। ਇਹ ਕੋਈ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈਗਾ, ਇਹ ਸਾਰੇ ਇੰਡੀਆ ਦੇ ਸਾਰੇ ਲੋਕਾਂ ਦਾ ਮਸਲਾ ਹੈ। ਨਹੀਂ ਤਾਂ ਇਹਦਾ ਰਿਜ਼ਲਟ ਵਧੀਆ ਨਹੀਂ ਰਹਿਣਾ। ਜੀ ਕੀ ਅੱਗਿਓਂ ਕੀ ਸਿਨੈਰੀਓ ਹੋ ਸਕਦਾ ਇਹਦਾ ਕਿਸਾਨੀ ਅੰਦੋਲਨ? ਸਿਨੈਰੀਓ ਅੱਗਿਓਂ ਕੀ ਹੋਣਾ ਜੀ? ਮੈਂ ਤਾਂ ਮਤਲਬ ਸਰਕਾਰ ਨੂੰ ਅਸੀਂ ਤਾਂ ਵਾਰ-ਵਾਰ ਰਿਕੁਐਸਟ ਕਰਦੇ ਹਾਂ, ਦੇਖੋ ਸਾਡੀ ਸਰਕਾਰ ਨੂੰ ਤੁਸੀਂ ਚੁਣੇ ਹੋਏ ਹੋ, ਨਾ ਕਿ ਤੁਸੀਂ ਮਾਲਕ ਹੋ। 5 ਸਾਲ ਲਈ ਤੁਹਾਨੂੰ ਪ੍ਰਬੰਧ ਚਲਾਉਣ ਵਾਸਤੇ ਲੋਕਾਂ ਨੇ ਚੁਣਿਆ, ਤੁਸੀਂ ਮਾਲਕ ਨਹੀਂ ਹੈਗੇ। ਮਾਲਕ ਸਾਰੇ ਹੀ ਹੈ, ਇਹ ਸਾਰੇ ਲੋਕ ਜਿਹੜੇ ਆ ਉਹ ਇਸ ਮੁਲਕ ਦੇ ਮਾਲਕ ਹੈ। ਇਸ ਕਰਕੇ ਅਸੀਂ ਤਾਂ ਇਹੋ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਭਾਈ ਨਰਮਾਈ ਵਰਤੋ, ਤਾਂ ਇਹ ਕਿਰਪਾ ਕਰਕੇ ਤੁਸੀਂ 1.5 ਸਾਲ ਕਹੀ ਜਾਂਦੇ, 5 ਸਾਲ ਲਈ ਕਰ ਦਿਓ, 4 ਸਾਲ ਲਈ ਕਰ ਦਿਓ, ਅੱਗੇ ਫਿਰ ਵੇਖੀ ਜਾਊਗੀ। ਕੁਛ ਤਾਂ ਕਰੋ, ਪਰ ਉਹ ਅਜੇ ਤੱਕ ਤਾਂ ਨਹੀਂ ਉਹ ਟਸਟੋਨ ਮਸ ਹੋ ਰਹੇ, ਪਰ ਮਾੜੀ ਗੱਲ ਹੈ ਜੀ। ਸੋ ਤੁਸੀਂ ਦੇਖ ਰਹੇ ਹੋ ਲਗਾਤਾਰ ਕਿਸਾਨੀ ਸੰਘਰਸ਼ ਜਿਹੜਾ ਉਹ ਲਗਾਤਾਰ ਚੱਲ ਰਿਹਾ। ਬਹੁਤ ਜਿਹੜਾ ਮੁਲਕ ਹੈ ਸਾਰਾ, ਇੱਥੇ ਜਲੰਧਰ ਨਿਵਾਸੀ ਜਾਂ ਵੱਖ-ਵੱਖ ਪਿੰਡਾਂ ਦੇ ਨਾਲ ਦੇ ਲੱਗਦੇ ਪਿੰਡਾਂ ਤੋਂ ਸਾਰੇ ਕਿਸਾਨ ਜਥੇਬੰਦੀਆਂ, ਵੱਖ-ਵੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਮੈਂ ਉਧਰਲੀ ਸਾਈਡ ਦਿਖਾਉਂਦੀ ਹਾਂ ਕਿ ਹਯੂਮ ਸਾਰਾ ਇਕੱਠਾ ਹੋਇਆ ਇੱਥੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਦੇ ਲਈ, ਕਿ ਲਗਾਤਾਰ ਕਿਸਾਨ ਸੰਘਰਸ਼ ਜਿਹੜਾ ਆ ਉਹ ਜਾਰੀ ਹੈ। ਮੈਂ ਦੱਸ ਦੇਵਾਂ ਕਿ ਜਿਹੜੀ ਬਾਰ-ਬਾਰ ਰੇਲਾਂ ਰੋਕੀਆਂ ਗਈਆਂ ਸੀ, ਦਿਨ ਰਾਤ ਵੀ ਰੋਕੀਆਂ ਗਈਆਂ ਸੀਗੀਆਂ, ਪਰ ਕੋਈ ਵੀ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਸੀ ਆਇਆ। ਕਿ ਅੱਜ ਵੀ ਜਿਹੜਾ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ, ਅੱਜ ਜਿਹੜਾ ਇਹਨਾਂ ਦਾ ਰੋਸ ਚੱਲ ਰਿਹਾ, ਲਗਾਤਾਰ ਸਰਕਾਰ ਵਿਰੋਧ ਰੋਸ ਹੋ ਰਿਹਾ, ਪਰ ਹਜੇ ਵੀ ਸਰਕਾਰ ਸੁੱਤੀ ਹੈ। ਪਤਾ ਨਹੀਂ ਸਰਕਾਰ ਦੀ ਜ਼ਮੀਰ ਕਦੋਂ ਜਾਗਣੀ ਹੈ ਤੇ ਸਰਕਾਰ ਸੁੱਤੀ ਕਦੋਂ ਜਾਗਣੀ ਹੈ, ਤੇ ਕਦੋਂ ਇਹ ਜਿਹੜੇ 3 ਕਾਲੇ ਕਾਨੂੰਨ ਨੇ ਤੇ ਰੱਦ ਕਰੇਗੀ, ਤੇ ਪੰਜਾਬੀ ਜਿਹੜੇ ਉੱਥੇ ਬੈਠੇ ਨੇ ਤੇ ਜਲਦ ਫਤਿਹ ਹਾਸਲ ਕਰਕੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਪਰਤਣਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਲੈਂਦੀ ਹਾਂ। ਕੈਮਰਾਮੈਨ ਸ਼ਿਵਮ ਗਿੱਲ ਦੇ ਨਾਲ ਮੈਂ ਕੀਰਤੀ।